छंद सुदा सरोवर मग परियो पहुँचियो पुन्याई श्री अर्जन राजे जहाँ निज ग्रीव निवाई कही जोर कर बारता मैं करो उपाऊ दर की वार खोले नहीं बस चलियो ना काऊ। वाहेगुरु जी का खालसा वाहेगुरु जी की फतेह। तेग बहादुर सिमरिया करुणाओं ने दिया ताए सब थाई होए सहाय। ऐसे दीन दयाल पातशाह धन धन श्री गुरु तेग बहादुर पातशाह जी सतगुरां जी दे पावन पवित्र अस्थान गुरुद्वारा श्री दुख निवारण साहिब विखे चावर छतर तखत दे मालक शब्दा अवतार जागत जोत 10 पातशाहियों के आत्मक स्वरूप धन धन श्री गुरु ग्रंथ साहिब पातशाह जी दी पावन पवित्र हजूरी अंदर पिछले पहर दे सजे हुए सुंदर सचखंड दीवाना दे विच सतगुरां जी दे परम प्यार विच परोती हुई जुड़ बैठी गुरु रूह गुरु खालसा साध संगत जीओ धनता दे योग हो निता प्रत आप गुरचरणा की हाजरी भर करके सतसंगत करदिया होया गुरबाणी दे शब्द कीर्तन गुरमत विचारां नूं सरवण करके जीवन और सवासां नूं सफलियां करदे हो। गुरु घर दे कीर्तनियां पासों आप जियां ने रब्बी बाणी दे शब्द कीर्तन सरवण कीते हन। उपरंत समा बनया है चल रही लड़ीवार गुर इतिहास दी विचार दा। अज चोजी प्रीतम अमृत के दाते सरवंश दानी साहिबे कमाल धन धन साहिब श्री गुरु गोबिंद सिंह पातशाह जी दे साहिबजादे बाबा जुझार सिंह का जन्म दिन भी आप संगतां गुरचरणां विच जुड़ करके मना रहे हो। 1690 नूं धन साहिब श्री गुरु गोबिंद सिंह पातशाह जी के गृह विखे मात जीतो जी के कुखों साहिबजादा जुझार सिंह जी का जन्म होया। शुरू तो ही बचपन तो ही सतगुरु पातशाह जी ने जिथे विद्या का प्रबंध किया उत्थे शस्त्र अभ्यास भी नाल नाल करवाया, शस्त्र विद्या भी सिखलाई दी। और जदों समा आया चमकौर साहब के मैदाने जंग अंदर जूझदियां होया
ਗੁਰੂ ਪਿਤਾ ਦੀ ਅਸੀਸ ਲੈ ਕਰਕੇ ਮੈਦਾਨੇ ਜੰਗ ਦੇ ਅੰਦਰ ਜੂਝਦਿਆਂ ਹੋਇਆਂ ਦੁਸ਼ਮਣ ਦਾ ਮੁਕਾਬਲਾ ਕਰਦਿਆਂ ਹੋਇਆਂ ਸ਼ਹਾਦਤ ਪ੍ਰਾਪਤ ਕੀਤੀ। ਐਸੇ ਉਸ ਮਹਾਨ ਸੂਰਬੀਰ ਯੋਧੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਦੇ ਜਨਮ ਦਿਨ ਦੀ ਆਪ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਕੱਲ ਦੇ ਪ੍ਰਕਰਣ ਅੰਦਰ ਆਪ ਜੀਆਂ ਨੇ ਸਰਵਣ ਕੀਤਾ ਸੀ ਕਿ ਸਤਿਗੁਰੂ ਪਾਤਸ਼ਾਹ ਜੀ ਦੇ ਮਨ ਅੰਦਰ ਵਿਚਾਰ ਆਇਆ ਕਿ ਗੁਰਬਾਣੀ, ਕਿਉਂਕਿ ਸਾਹਿਬ ਜੀ ਜਦੋਂ ਵੀ ਗੁਰਬਾਣੀ ਰਚਦੇ ਤੇ ਮਨ ਅੰਦਰ ਇੱਕ ਵਿਚਾਰ ਆਉਂਦਾ ਕਿ ਕਿਉਂ ਨਾ ਇਹ ਸਾਰੀ ਬਾਣੀ ਇੱਕ ਜਗ੍ਹਾ ਤੇ ਇਕੱਤਰ ਕਰ ਲਈ ਜਾਵੇ, ਇੱਕ ਬੀੜ ਤਿਆਰ ਕੀਤੀ ਜਾਵੇ ਤਾਂ ਕਿ ਸਤਿਗੁਰੂ ਪਾਤਸ਼ਾਹ ਗੁਰੂ ਸਾਹਿਬਾਨ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਪਾਵਨ ਬਾਣੀ ਦੇ ਵਿੱਚ ਇੱਕ ਤਾਂ ਕੋਈ ਮਿਲਾਵਟ ਨਾ ਕਰ ਸਕੇ, ਕੋਈ ਰਲੇਵਾਂ ਨਾ ਹੋ ਸਕੇ, ਤੇ ਇੱਕ ਬਾਣੀ ਇੱਕ ਜਗ੍ਹਾ ਤੇ ਇਕੱਤਰ ਹੋ ਜਾਵੇਗੀ ਜਿਸ ਨੂੰ ਗੁਰਸਿੱਖ ਪੜ੍ਹ ਕੇ ਲਾਹਾ ਲੈਣਗੇ ਤੇ ਕੌਮ ਲਈ ਆਪਣਾ ਇੱਕ ਗ੍ਰੰਥ ਵੀ ਤਿਆਰ ਹੋ ਜਾਵੇਗਾ ਜਿਹੜਾ ਬਹੁਤ ਜ਼ਰੂਰੀ ਹੈ। ਤੇ ਨਾਲ ਹੀ ਮਨ ਅੰਦਰ ਵਿਚਾਰ ਕੀਤਾ ਕਿ ਜਿਹੜੀਆਂ ਗੁਰਬਾਣੀ ਦੀਆਂ ਪੋਥੀਆਂ ਹਨ ਉਹ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਵੱਡੇ ਸੁਪੁੱਤਰ ਬਾਬਾ ਮੋਹਨ ਜੀ ਦੇ ਪਾਸ ਗੋਇੰਦਵਾਲ ਸਾਹਿਬ ਵਿਖੇ ਹਨ, ਕਿਉਂਕਿ ਉਹਨਾਂ ਨੇ 4 ਗੁਰੂ ਸਾਹਿਬਾਨ ਦੀ ਬਾਣੀ ਜਿਹੜੇ ਸ਼ਬਦ ਹਨ ਉਹਨਾਂ ਨੂੰ ਇੱਕ ਜਗ੍ਹਾ ਤੇ ਇਕੱਤਰ ਕੀਤਾ ਹੋਇਆ ਹੈ। ਉਹ ਪ੍ਰਾਪਤ ਕਿਵੇਂ ਹੋਣ ਵਿਚਾਰ ਕਰ ਰਹੇ ਸਨ ਤੇ ਕੁਝ ਗੁਰਸਿੱਖਾਂ ਨੇ ਇਹ ਵੀ ਕਿਹਾ ਕਿ ਸਤਿਗੁਰੂ ਪਾਤਸ਼ਾਹ ਜੀ ਪਿਰਥੀ ਚੰਦ ਆਦਿਕ ਉਹਦੇ ਸਾਥੀ, ਉਹਦਾ ਪੁੱਤਰ ਮਿਹਰਬਾਨ ਨਾਨਕ ਮੋਹਰ ਸ਼ਾਹ ਭੇਟ ਬਾਣੀ ਰਚ ਰਹੇ ਨੇ, ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਗੁਰਸਿੱਖਾਂ ਲਈ ਨਿਰਣਾ ਕਰਨਾ ਔਖਾ ਹੋ ਜਾਵੇਗਾ ਕਿਹੜੀ ਗੁਰੂ ਸਾਹਿਬਾਨ ਦੀ ਬਾਣੀ ਹੈ ਤੇ ਕਿਹੜੀ ਹੋਰਾਂ ਦੀ ਰਚੀ ਹੋਈ ਬਾਣੀ ਹੈ। ਇਸ ਕਰਕੇ ਆਪ ਜੀ ਕੋਈ ਉਪਰਾਲਾ ਕਰੋ, ਯਤਨ ਕਰੋ। ਇੱਕ ਹੋਰ ਗੁਰਸਿੱਖ ਨੇ ਬੇਨਤੀ ਕੀਤੀ, ਪਾਤਸ਼ਾਹ ਮਨ ਅੰਦਰ ਇੱਕ ਸ਼ੰਕਾ ਹੈ ਕਿ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਪਾਵਨ ਬਾਣੀ ਆਨੰਦ ਸਾਹਿਬ ਜੀ ਦੇ ਅੰਦਰ ਕਿਹਾ ਕਿ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਕਿ ਗੁਰੂ ਦੀ ਬਾਣੀ ਤੋਂ ਬਿਨਾ ਹੋਰ ਜਿਹੜੀ ਬਾਣੀ ਹੈ ਉਹ ਕੱਚੀ ਹੈ, ਉਹ ਗੁਰਸਿੱਖ ਨੂੰ ਪੜ੍ਹਨੀ ਚਾਹੀਦੀ ਹੈ ਕਿ ਨਹੀਂ, ਇਹ ਸ਼ੰਕਾ ਹੈ ਮਨ ਅੰਦਰ। ਪਾਤਸ਼ਾਹ ਜੀ ਨੇ ਕਿਹਾ ਜਿਹੜੀ ਗੁਰਬਾਣੀ ਦੇ ਨਾਲ ਜਿਹੜੀ ਬਾਣੀ ਹੋਰ ਰਚੀ ਹੋਈ ਹੈ ਉਹ ਗੁਰੂ ਦੀ ਮੱਤ ਨਾਲ ਮੇਲ ਖਾਂਦੀ ਹੋਵੇ ਤੇ ਜਿਸ ਬਾਣੀ ਦੇ ਅੰਦਰ ਗੁਰੂ ਦਾ ਜਸ ਹੋਵੇ ਉਹ ਬਾਣੀ ਵੀ ਗੁਰਸਿੱਖ ਨੂੰ ਪੜ੍ਹਨੀ ਚਾਹੀਦੀ ਹੈ, ਉਹਦੇ ਪੜ੍ਹਨ ਨਾਲ ਲਾਭ ਪ੍ਰਾਪਤ ਹੁੰਦਾ ਹੈ। ਜਿਹਦੇ ਵਿੱਚ ਗੁਰੂ ਦਾ ਜਸ ਨਹੀਂ, ਜਿਹੜੀ ਗੁਰੂ ਦੀ ਮੱਤ ਨਾਲ ਮੇਲ ਨਹੀਂ ਖਾਂਦੀ, ਉਹ ਬਾਣੀ ਗੁਰਸਿੱਖ ਨੂੰ ਕਦੀ ਵੀ ਪੜ੍ਹਨੀ ਨਹੀਂ ਚਾਹੀਦੀ। ਭਾਈ ਗੁਰਦਾਸ ਜੀ ਦੀ ਬਾਣੀ ਹੈ, ਉਹਦੇ ਵਿੱਚ ਗੁਰੂ ਦਾ ਜਸ ਹੈ, ਗੁਰਮਤਿ ਨੂੰ ਦ੍ਰਿੜ ਕਰਵਾਇਆ ਗਿਆ ਹੈ। ਐਸੀ ਜਿਹੜੀ ਬਾਣੀ ਹੈ ਉਹ ਗੁਰਸਿੱਖਾਂ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ। ਇਸ ਤਰ੍ਹਾਂ ਦੇ ਨਾਲ ਇਹ ਸ਼ੰਕਾ ਵੀ ਨਿਵਰਤ ਕੀਤਾ ਹੈ। ਨਾਲ ਹੀ ਮਨ ਅੰਦਰ ਇਹ ਵਿਚਾਰ ਜਿਹੜਾ ਸੀ ਉਹ ਸੰਗਤਾਂ ਨਾਲ ਸਾਂਝਾ ਕੀਤਾ ਤੇ ਭਾਈ ਗੁਰਦਾਸ ਜੀ ਕਹਿਣ ਲੱਗੇ, ਮੈਂ ਗੁਰਬਾਣੀ ਦੀਆਂ ਪੋਥੀਆਂ ਲੈ ਆਉਣਾ, ਮੈਨੂੰ ਕੋਈ ਦੇਰੀ ਨਹੀਂ ਲੱਗੇਗੀ। ਮੈਂ ਗਿਆ ਤੇ ਪੋਥੀਆਂ ਲੈ ਕੇ ਵਾਪਸ ਆਇਆ। ਸਮਝੋ ਪਾਤਸ਼ਾਹ ਜੀ ਨੇ ਜਾਣਿਆ ਕਿ ਭਾਈ ਗੁਰਦਾਸ ਜੀ ਦੇ ਮਨ ਅੰਦਰ ਹੰਕਾਰ ਆ ਗਿਆ। ਅਸੀਂ ਤਾਂ ਕੋਈ ਨਾਮ ਨਹੀਂ ਲਿਆ ਭਾਈ ਗੁਰਦਾਸ ਜੀ ਦਾ, ਆਪ ਹੀ ਕਹਿਣ ਲੱਗ ਪਏ ਨੇ। ਸੁਗਰੂ ਪਾਤਸ਼ਾਹ ਜੀ ਨੇ ਆਗਿਆ ਦੇ ਦਿੱਤੀ। ਆਗਿਆ ਪਾ ਕੇ ਹੁਣ ਗੋਇੰਦਵਾਲ ਸਾਹਿਬ ਪਹੁੰਚੇ ਨੇ, ਬਾਉਲੀ ਸਾਹਿਬ ਵਿੱਚ ਇਸ਼ਨਾਨ ਕੀਤਾ ਹੈ, ਦਰਸ਼ਨ ਦੀਦਾਰ ਕਰਕੇ ਹੁਣ ਚੁਬਾਰਾ ਸਾਹਿਬ ਵਾਲੇ ਸਥਾਨ ਤੇ ਪਹੁੰਚ ਕੇ ਸਾਰੀ ਰਾਤ ਬੇਨਤੀਆਂ ਕਰਦਿਆਂ ਲੰਘ ਗਈ, ਆਵਾਜ਼ਾਂ ਮਾਰਦਿਆਂ ਲੰਘ ਗਈ, ਪਰ ਬਾਬਾ ਮੋਹਨ ਜੀ ਨੇ ਦਰਵਾਜ਼ਾ ਨਹੀਂ ਖੋਲਿਆ। ਸਵੇਰ ਦਾ ਸਮਾਂ ਹੋ ਗਿਆ। ਕੁਝ ਮਨੁੱਖਾਂ ਨੇ ਸਮਝਾਇਆ ਕਿ ਬਾਬਾ ਮੋਹਨ ਜੀ ਮਸਤ ਸੁਭਾਅ ਦੇ ਮਾਲਕ ਨੇ, ਉਹਨਾਂ ਦੀ ਮਰਜ਼ੀ ਹੈ ਕਿ ਉਹ ਕਿਸੇ ਨਾਲ ਗੱਲ ਕਰਨ ਜਾਂ ਨਾ ਕਰਨ, ਉਹਨਾਂ ਨੂੰ ਕਿਸੇ ਦੀ ਕੋਈ ਗਰਜ਼ ਨਹੀਂ। ਉਹ ਮਸਤ ਸੁਭਾਅ ਦੇ ਵਿੱਚ ਹਰ ਵੇਲੇ ਪਰਮੇਸ਼ਰ ਦੇ ਨਾਮ ਨਾਲ ਜੁੜੇ ਰਹਿੰਦੇ ਨੇ। ਹੁਣ ਉਤੋਂ
ਭਾਈ ਗੁਰਦਾਸ ਜੀ ਦੇ ਮਨ ਨੂੰ ਨਿਰਾਸ਼ਤਾ ਹੋਈ ਹੈ, ਦੁੱਖ ਵੀ ਮਹਿਸੂਸ ਕੀਤਾ ਹੈ। ਵਾਪਸ ਗੋਇੰਦਵਾਲ ਸਾਹਿਬ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚਾਲੇ ਪਾਉਣ ਲੱਗੇ ਨੇ। ਆਓ ਇਥੋਂ ਅਗਲੇਰੇ ਪ੍ਰਕਰਨ ਨਾਲ ਜੁੜਨ ਵਾਸਤੇ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ ਰਸਨਾ ਦੀ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਿਸ਼ਾਨੀ ਛੰਦ ਸੁਦਾ ਸਰੋਵਰ ਮਗ ਪਰਿਓ ਪਹੁੰਚਿਓ ਪੁਨ ਆਈ। ਹੁਣ ਜਦੋਂ ਗੋਇੰਦਵਾਲ ਸਾਹਿਬ ਪਹੁੰਚ ਕੇ ਭਾਈ ਗੁਰਦਾਸ ਜੀ ਨੇ ਪੋਥੀਆਂ ਪ੍ਰਾਪਤ ਕਰਨ ਦੇ ਲਈ ਬਹੁਤ ਯਤਨ ਕੀਤਾ, ਬੜੀਆਂ ਬੇਨਤੀਆਂ ਕੀਤੀਆਂ, ਸਾਰੀ ਰਾਤ ਆਵਾਜ਼ਾਂ ਮਾਰਦਿਆਂ ਲੰਘ ਗਈ, ਪਰ ਬਾਬਾ ਮੋਹਨ ਜੀ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਹੁਣ ਸਵੇਰ ਦਾ ਸਮਾਂ, ਕੁਝ ਮਨੁੱਖਾਂ ਨੇ ਸਮਝਾਇਆ ਹੈ, ਬਾਬਾ ਜੀ ਦੇ ਸੁਭਾਅ ਦੇ ਬਾਬਤ ਦੱਸ ਕਰਕੇ ਤੇ ਵਾਪਸ ਜਾਣ ਲਈ ਬੇਨਤੀ ਕਰ ਦਿੱਤੀ। ਹੁਣ ਗੋਇੰਦਵਾਲ ਸਾਹਿਬ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਰਸਤੇ ਤੇ ਚੱਲ ਪਏ ਨੇ ਭਾਈ ਗੁਰਦਾਸ ਜੀ। ਹੁਣ ਪੈਂਡਾ ਤੈਅ ਕਰਦਿਆਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਣ ਪਹੁੰਚੇ ਹਨ। ਸ਼੍ਰੀ ਅਰਜਨ ਰਾਜੇ ਜਹਾਂ ਨਿਜ ਗਰੀਵ ਨਿਵਾਈ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜਿੱਥੇ ਬੈਠੇ ਹੋਏ ਸਨ, ਉੱਥੇ ਪਹੁੰਚ ਕਰਕੇ ਭਾਈ ਗੁਰਦਾਸ ਜੀ ਨੇ ਜਾ ਕਰਕੇ ਸੀਸ ਝੁਕਾ ਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ ਹੈ। ਕਹੀ ਜੋਰ ਕਰ ਬਾਰਤਾ ਮੈਂ ਕਰੇ ਉਪਾਉ। ਦੋਵੇਂ ਹੱਥ ਜੋੜੇ ਭਾਈ ਗੁਰਦਾਸ ਜੀ ਨੇ, ਦੋਵੇਂ ਹੱਥ ਜੋੜ ਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਕਿ ਪਾਤਸ਼ਾਹ ਜੀਓ, ਮੈਂ ਬਹੁਤ ਬੇਨਤੀਆਂ ਕੀਤੀਆਂ, ਬਹੁਤ ਵਾਰੀ ਪੁਕਾਰ ਕੀਤੀ, ਪਰ ਬਾਬਾ ਮੋਹਨ ਜੀ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਦਰ ਕੀ ਵਾਰ ਖੋਲੇ ਨਹੀਂ ਬਸ ਚੱਲਿਓ ਨਕਾਉ। ਤੇ ਉਹਨਾਂ ਨੇ ਜਿਸ ਚੌਬਾਰੇ ਦੇ ਅੰਦਰ ਬਾਬਾ ਮੋਹਨ ਜੀ ਬੈਠੇ ਹੋਏ ਸਨ, ਉਸ ਚੌਬਾਰੇ ਦਾ ਦਰਵਾਜ਼ਾ ਬੰਦ ਸੀ। ਉਹ ਜਿਹੜਾ ਦਰਵਾਜ਼ਾ ਹੈ ਉਹ ਬਾਬਾ ਮੋਹਨ ਜੀ ਨੇ ਨਹੀਂ ਖੋਲ੍ਹਿਆ। ਮੈਂ ਬੜਾ ਯਤਨ ਕੀਤਾ, ਬੜਾ ਉਪਾਅ ਕੀਤਾ, ਪਰ ਮੇਰਾ ਇਤਨਾ ਯਤਨ ਉਪਾਅ ਕਰਨ ਦੇ ਬਾਵਜੂਦ ਵੀ ਉਹਨਾਂ ਦੇ ਦਰਸ਼ਨ ਨਹੀਂ ਹੋਏ। ਰਹਿਓ ਪੁਕਾਰਤ ਸਭ ਨਿਸਾ ਕੁਛ ਬਾਕ ਨ ਬੋਲਾ। ਤੇ ਜਦੋਂ ਸਾਰੀ ਰਾਤ ਮੇਰੀ ਬਤੀਤ ਹੋ ਗਈ ਪੁਕਾਰਦਿਆਂ, ਆਵਾਜ਼ਾਂ ਮਾਰਦਿਆਂ, ਬੇਨਤੀਆਂ ਕਰਦਿਆਂ, ਸਾਰੀ ਰਾਤ ਲੰਘ ਗਈ। ਸਾਰੀ ਰਾਤ ਲੰਘ ਜਾਣ ਦੇ ਬਾਵਜੂਦ ਵੀ ਅੱਗੋਂ ਕੋਈ ਆਵਾਜ਼ ਨਹੀਂ ਆਈ। ਲਿਓ ਆਪ ਕੋ ਨਾਮ ਭੀ ਦਰ ਤੋ ਨ ਖੋਲਾ। ਤੇ ਫਿਰ ਸਤਿਗੁਰੂ ਪਾਤਸ਼ਾਹ ਜੀ, ਮੈਂ ਆਪ ਜੀ ਦਾ ਨਾਮ ਵੀ ਲਿਆ, ਮੈਂ ਇਹ ਵੀ ਬੇਨਤੀ ਕੀਤੀ ਕਿ ਮੈਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਭੇਜਿਆ ਹੋਇਆ, ਉਹਨਾਂ ਦਾ ਕੋਈ ਜ਼ਰੂਰੀ ਕਾਰਜ ਕਰਨ ਵਾਸਤੇ ਇੱਥੇ ਆਪ ਜੀ ਕੋਲ ਆਇਆ। ਆਪ ਜੀ ਦਾ ਨਾਮ ਲੈਣ ਤੇ ਵੀ ਉਹ ਦਰਵਾਜ਼ਾ ਨਹੀਂ ਖੁੱਲਿਆ। ਅਮਰ ਅੰਸ ਜੇ ਅਪਰ ਥੇ ਤਿਨ ਮੁਝ ਸਮਝਾਇਓ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ, ਉਹਨਾਂ ਦੇ ਪਰਿਵਾਰ ਦੇ ਵਿੱਚੋਂ ਉੱਥੇ ਵਸਣ ਵਾਲੇ ਹੋਰ ਵੀ ਕੁਝ ਜਿਹੜੇ ਲੋਕ ਸਨ, ਉਹਨਾਂ ਨੇ ਆ ਕੇ ਮੈਨੂੰ ਸਮਝਾਇਆ, ਮੈਨੂੰ ਕਹਿਣਾ ਕੀਤਾ, ਮਸਤ ਰਹੇ ਏ ਤੋ ਸਦਾ ਕੈ ਮੋਹੇ ਹਟਾਇਓ। ਕਹਿਣ ਲੱਗੇ ਕਿ ਇਹ ਤਾਂ ਸਦਾ ਮਸਤ ਸੁਭਾਅ ਦੇ ਮਾਲਕ ਨੇ ਤੇ ਸਦਾ ਮਸਤ ਰਹਿੰਦੇ ਨੇ, ਇਹਨਾਂ ਦੀ ਸੁਰਤ ਸਦਾ ਪ੍ਰਭੂ ਦੇ ਨਾਮ ਨਾਲ ਜੁੜੀ ਰਹਿੰਦੀ ਹੈ, ਤੇ ਇਸ ਕਰਕੇ ਇਸ ਤਰ੍ਹਾਂ ਸਮਝਾ ਕਰਕੇ ਉਥੋਂ ਮੈਨੂੰ ਹਟਾ ਦਿੱਤਾ ਤੇ ਵਾਪਸ ਜਾਣ ਲਈ ਕਿਹਾ। ਤਬ ਸਾਹਿਬ ਬੁੱਢੇ ਸੁਨਿਓ ਕਾਰਜ ਨੇ ਹੋਵਾ। ਉਸ ਵਕਤ ਬਾਬਾ ਬੁੱਢਾ ਜੀ ਵੀ ਨਜ਼ਦੀਕ ਹੀ ਸੰਕੋਲ ਸਨ ਸਤਿਗੁਰੂ ਪਾਤਸ਼ਾਹ ਜੀ ਦੇ। ਉਹਨਾਂ ਨੇ ਵੀ ਭਾਈ ਗੁਰਦਾਸ ਜੀ ਦੀ ਇਹ ਜਦੋਂ ਗੱਲ ਸੁਣੀ ਤੇ ਸੁਣ ਕੇ ਉਹਨਾਂ ਨੇ ਵੀ ਹਿਰਦੇ ਅੰਦਰ ਵਿਚਾਰਿਆ
ਕਿ ਜਿਹੜਾ ਪੋਥੀਆਂ ਪ੍ਰਾਪਤ ਕਰਨ ਦਾ ਕਾਰਜ ਸੀ ਉਹ ਕਾਰਜ ਭਾਈ ਗੁਰਦਾਸ ਜੀ ਦੇ ਜਾਣ ਦੇ ਨਾਲ ਨਹੀਂ ਸਵਰਿਆ ਹੈ। ਕੋ ਅਬ ਗਮਨੇ ਪਾਸ ਤਿਸ ਨੈ ਦੂਸਰ ਜੋਆ। ਤੇ ਨਾਲ ਹੀ ਮਨ ਅੰਦਰ ਬਾਬਾ ਬੁੱਢਾ ਜੀ ਵਿਚਾਰ ਕਰਨ ਲੱਗੇ ਕਿ ਕੋਈ ਹੋਰ ਐਸਾ ਦੂਜਾ ਕੌਣ ਹੈ ਜਿਹੜਾ ਜਾ ਕੇ ਪੋਥੀਆਂ ਲੈ ਆਵੇ ਬਾਬਾ ਮੋਹਨ ਜੀ ਦੇ ਕੋਲੋਂ। ਐਸਾ ਕੋਈ ਹੋਰ ਦੂਜਾ ਮੈਨੂੰ ਨਜ਼ਰ ਨਹੀਂ ਆਉਂਦਾ, ਕੌਣ ਹੈ ਜਿਹੜਾ ਇਹ ਕਾਰਜ ਨੂੰ ਸਵਾਰ ਆਵੇ। ਆਪ ਜਾਏ ਸ਼੍ਰੀ ਗੁਰ ਕਿਦੋਂ ਤਬ ਕਾਜ ਬਨੇ ਹੈ। ਤੇ ਜੇਕਰ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪ ਚਲੇ ਜਾਣ ਤੇ ਸਤਿਗੁਰੂ ਜੀ ਦੇ ਜਾਣ ਦੇ ਨਾਲ ਇਹ ਜਿਹੜਾ ਕਾਰਜ ਹੈ ਇਹ ਸਵਰ ਸਕਦਾ ਹੈ। ਇਮ ਵਿਚਾਰ ਉਰ ਸਭਾ ਮੈਂ ਨਿਜ ਅਰਜ ਪਨੇ ਹੈ। ਤੇ ਇਸ ਤਰ੍ਹਾਂ ਮਨ ਦੇ ਅੰਦਰ ਵਿਚਾਰਦਿਆਂ ਹੋਇਆਂ ਬਾਬਾ ਬੁੱਢਾ ਜੀ ਨੇ ਸਭਾ ਜਿਨੀ ਲੱਗੀ ਸੀ, ਜਿੰਨੇ ਵੀ ਗੁਰੂ ਕੇ ਸਿੱਖ ਬੈਠੇ ਸਨ, ਸਾਰਿਆਂ ਦੇ ਵਿੱਚ ਕਹਿਣ ਲੱਗੇ ਬਾਬਾ ਬੁੱਢਾ ਜੀ ਹੱਥ ਜੋੜ ਕੇ, ਮੈਂ ਗਮਨੋ ਭਨੀਐ ਹੁਕਮ ਸ਼੍ਰੀ ਗੁਰ ਮੁਸਕਾਏ। ਤੇ ਮਨ ਅੰਦਰ ਇਹ ਵੀ ਖਿਆਲ ਕੀਤਾ ਕਿ ਜੇ ਅਸੀਂ ਇਹ ਕਹੀਏ ਕਿ ਸਤਿਗੁਰੂ ਪਾਤਸ਼ਾਹ ਜੀ ਤੁਸੀਂ ਜਾਓ, ਤੇ ਇਸ ਤਰ੍ਹਾਂ ਕਹਿਣਾ ਵੀ ਗੱਲ ਠੀਕ ਨਹੀਂ। ਤੇ ਹੁਣ ਪਹਿਲਾਂ ਇਹ ਕਿਹਾ ਕਿ ਸਤਿਗੁਰੂ ਪਾਤਸ਼ਾਹ ਜੀ ਜੇਕਰ ਆਪ ਜੀ ਮੈਨੂੰ ਆਗਿਆ ਦੇ ਦੇਵੋ, ਜੇ ਆਪ ਜੀ ਦੀ ਆਗਿਆ ਹੋਵੇ ਤੇ ਆਪ ਜੀ ਦੀ ਆਗਿਆ ਪਾ ਕੇ ਮੈਂ ਗੋਇੰਦਵਾਲ ਸਾਹਿਬ ਜਾ ਕੇ ਪੋਥੀਆਂ ਲੈ ਆਉਂਦਾ ਹਾਂ। ਭਲੀ ਬਾਤ ਤੁਮ ਜਾਓ ਜੇ ਕਾਰਜ ਬਨ ਜਾਏ। ਤੇ ਬਾਬਾ ਬੁੱਢਾ ਜੀ ਦੀ ਬੇਨਤੀ ਸੁਣ ਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿਣ ਲੱਗੇ ਕਿ ਬਾਬਾ ਬੁੱਢਾ ਜੀ ਇਹ ਤਾਂ ਭਲੀ ਗੱਲ ਹੈ, ਚੰਗੀ ਗੱਲ ਹੈ, ਜੇ ਤੁਹਾਡੇ ਜਾਣ ਦੇ ਨਾਲ ਇਹ ਕਾਰਜ ਸਵਰ ਜਾਵੇ, ਤੁਸੀਂ ਉੱਥੋਂ ਪੋਥੀਆਂ ਲੈ ਆਵੋ, ਇਹ ਕਾਰਜ ਸਵਾਰ ਆਵੋ, ਤਾਂ ਇਹ ਬਹੁਤ ਵਧੀਆ ਚੰਗੀ ਗੱਲ ਹੈ। ਸੁਨ ਸ਼੍ਰੀ ਸਤਿਗੁਰ ਬਾਤ ਕੋ ਬੁੱਢਾ ਗਮਨਾਇਓ। ਤੇ ਇਸ ਤਰ੍ਹਾਂ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਜਾਣ ਦੀ ਆਗਿਆ ਦੇ ਦਿੱਤੀ। ਸਤਿਗੁਰੂ ਜੀ ਦੀ ਆਗਿਆ ਪਾ ਕੇ ਪਾਵਨ ਬਚਨ ਸੁਣ ਕਰਕੇ ਬਾਬਾ ਬੁੱਢਾ ਜੀ ਸ੍ਰੀ ਗੋਇੰਦਵਾਲ ਸਾਹਿਬ ਦੇ ਰਸਤੇ ਤੇ ਚੱਲ ਪਏ ਹਨ। ਸਨੇ ਸਨੇ ਮਾਰਗ ਚਲਿਓ ਤਿਸ ਪੁਰ ਮੈਂ ਆਇਓ। ਤੇ ਹੌਲੀ ਹੌਲੀ ਚਲਦਿਆਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਦਾ ਜੋ ਰਸਤਾ ਹੈ ਉਹਨੂੰ ਤੈਅ ਕਰਦਿਆਂ ਹੋਇਆਂ, ਪੰਧ ਮੁਕਾਉਂਦਿਆਂ ਹੋਇਆਂ ਸ੍ਰੀ ਗੋਇੰਦਵਾਲ ਸਾਹਿਬ ਨਗਰ ਦੇ ਵਿੱਚ ਆਣ ਪਹੁੰਚੇ ਹਨ। ਕਰ ਇਸ਼ਨਾਨ ਜਲ ਬਾਵਲੀ ਹਰਖਿਓ ਮਨ ਮਾਈ। ਤੇ ਹੁਣ ਜਦੋਂ ਪਹੁੰਚੇ ਨੇ ਪਾਵਨ ਅਸਥਾਨ ਤੇ ਜਿੱਥੇ ਬਾਉਲੀ ਸਾਹਿਬ ਲਗਾਈ ਗਈ ਸਤਿਗੁਰੂ ਪਾਤਸ਼ਾਹ ਜੀ ਵੱਲੋਂ, ਬਾਉਲੀ ਸਾਹਿਬ ਦੇ ਨਿਰਮਲ ਜਲ ਦੇ ਨਾਲ ਬਾਬਾ ਬੁੱਢਾ ਜੀ ਨੇ ਇਸ਼ਨਾਨ ਕੀਤਾ। ਇਸ਼ਨਾਨ ਕਰਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਯਾਦ ਕੀਤਾ ਤੇ ਮਨ ਅੰਦਰ ਬਹੁਤ ਪ੍ਰਸੰਨ ਹੋਏ ਹਨ। ਗਇਓ ਚੁਬਾਰੇ ਕੋ ਬਹੁਰ ਮੋਹਨ ਕੇ ਪਾਹੀ। ਤੇ ਜਿੱਥੇ ਚੌਬਾਰਾ ਸਾਹਿਬ ਵਾਲਾ ਸਥਾਨ ਹੈ, ਇਥੋਂ ਇਸ਼ਨਾਨ ਕਰਕੇ ਫਿਰ ਬਾਬਾ ਬੁੱਢਾ ਜੀ ਬਾਬਾ ਮੋਹਨ ਜੀ ਵਾਲੇ ਅਸਥਾਨ ਚੌਬਾਰਾ ਸਾਹਿਬ ਦੇ ਕੋਲ ਪਹੁੰਚੇ ਹਨ। ਪੇਰੇ ਕਪਾਟ ਬਲੋਕ ਕੈ ਪੁਨ ਊਚ ਉਚਾਰਾ। ਤੇ ਜਦੋਂ ਵੇਖਿਆ ਪਹੁੰਚੇ ਚੌਬਾਰੇ ਦੇ ਕੋਲ ਤੇ ਉਹ ਚੌਬਾਰੇ ਦੇ ਜਿਹੜੇ ਦਰਵਾਜ਼ੇ ਸਨ, ਕਵਾੜ ਸਨ, ਉਹ ਬੰਦ ਸਨ। ਹੁਣ ਦੇਖਿਆ ਕਿ ਕਵਾੜ ਬੰਦ ਨੇ ਤੇ ਬੰਦ ਹੋਏ ਦਰਵਾਜ਼ੇ ਦੇਖ ਕਰਕੇ ਬਾਬਾ ਬੁੱਢਾ ਜੀ ਉੱਚੀ ਆਵਾਜ਼ ਦੇ ਵਿੱਚ ਬੋਲੇ, ਕਹਿਣ ਲੱਗੇ, ਗੁਰੂ ਅਮਰ ਕੇ ਸੁਤ ਬੜੇ ਦੇਵ ਦਰਸ ਉਦਾਰਾ। ਕਹਿਣ ਲੱਗੇ, ਹੇ ਬਾਬਾ ਮੋਹਨ ਜੀ, ਆਪ ਜੀ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਵੱਡੇ ਸੁਪੁੱਤਰ ਹੋ ਤੇ ਆਪ ਜੀ ਕਿਰਪਾ ਕਰੋ, ਆਪਣੇ ਦਰਸ਼ਨ ਬਖਸ਼ੋ, ਆਪਣੇ ਦਰਸ਼ਨ ਬਖਸ਼ ਕੇ ਉਧਾਰ ਕਰੋ। ਸ਼੍ਰੀ ਅਰਜਨ ਭੇਜਿਓ ਮੁਝੇ ਬੁੱਢਾ ਮਮ ਨਾਮੂ। ਕਹਿਣ ਲੱਗੇ, ਮੈਨੂੰ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਪ ਜੀ ਪਾਸ ਭੇਜਿਆ ਤੇ ਮੇਰਾ ਬੁੱਢਾ ਨਾਮ ਹੈ। ਆਪਣਾ ਨਾਮ ਵੀ ਦੱਸਿਆ ਕਿ ਮੇਰਾ ਨਾਮ ਬੁੱਢਾ ਹੈ
ਤੇ ਮੈਨੂੰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਪ ਜੀ ਪਾਸ ਭੇਜਿਆ ਹੈ। ਕਿਰਪਾ ਕਰੋ ਸੁਨ ਲੀਜੀਏ ਕੀਜੇ ਪੁਨ ਕਾਮੂ। ਤੇ ਕਿਰਪਾ ਕਰਕੇ ਬਾਬਾ ਮੋਹਨ ਜੀ ਇਹ ਬੇਨਤੀ ਸੁਣ ਲਵੋ, ਤੇ ਜਿਹੜਾ ਵੱਡਾ ਪੁੰਨ ਦਾ ਕੰਮ ਹੈ ਨਾ, ਜਿਸ ਕੰਮ ਵਾਸਤੇ ਮੈਂ ਇੱਥੇ ਚੱਲ ਕੇ ਆਪ ਜੀ ਕੋਲ ਆਇਆ, ਬੇਨਤੀ ਸੁਣ ਕੇ ਉਹ ਵੱਡਾ ਪੁੰਨ ਦਾ ਜਿਹੜਾ ਕੰਮ ਹੈ ਉਹ ਕਰ ਦੇਵੋ। ਰਹਿਓ ਪੁਕਾਰ ਨਾ ਸੁਨਿਓ ਕਿਛ, ਨਾ ਕੀ ਵਾਰ ਉਗਾਰਿਓ। ਤੇ ਹੁਣ ਜਦੋਂ ਇਸ ਪ੍ਰਕਾਰ ਦੇ ਨਾਲ ਬਾਬਾ ਬੁੱਢਾ ਜੀ ਵੀ ਬੇਨਤੀਆਂ ਕੀਤੀਆਂ, ਪੁਕਾਰਿਆ, ਬਹੁਤ ਵਾਰੀ ਆਵਾਜ਼ ਦਿੱਤੀ, ਪਰ ਅੱਗੋਂ ਕੋਈ ਨਾ ਆਵਾਜ਼ ਆਈ ਤੇ ਨਾ ਹੀ ਉਹ ਦਰਵਾਜ਼ਾ ਕਿਸੇ ਨੇ ਖੋਲ੍ਹਿਆ ਹੈ। ਨੈ ਬੋਲਿਓ ਕਿਸ ਭਾਂਤ ਕਰ ਭਾਈ ਪਛਹਾਰਿਓ। ਤੇ ਕਿਸੇ ਵੀ ਪ੍ਰਕਾਰ ਦੇ ਨਾਲ ਜਦੋਂ ਬਹੁਤ ਆਵਾਜ਼ਾਂ ਦਿੱਤੀਆਂ, ਬਹੁਤ ਬੇਨਤੀਆਂ ਕੀਤੀਆਂ, ਅੱਗੋਂ ਕੋਈ ਜਵਾਬ ਨਹੀਂ ਆਇਆ, ਕੋਈ ਅੰਦਰੋਂ ਬੋਲਿਆ ਨਹੀਂ, ਤੇ ਬਾਬਾ ਬੁੱਢਾ ਜੀ ਇਸ ਪ੍ਰਕਾਰ ਦੇ ਨਾਲ ਬੇਨਤੀਆਂ ਕਰਦਿਆਂ ਕਰਦਿਆਂ ਥੱਕ ਗਏ। ਕਰ ਸੋ ਦੋਹੂ ਕਪਾਟ ਕੋ ਖਰਕਾਵਨ ਕੀਨੋ। ਫਿਰ ਹੁਣ ਜਦੋਂ ਦੇਖਿਆ ਕਿ ਕੋਈ ਅੰਦਰੋਂ ਆਵਾਜ਼ ਵੀ ਨਹੀਂ ਦੇ ਰਿਹਾ ਤੇ ਨਾ ਹੀ ਕੋਈ ਦਰਵਾਜ਼ਾ ਖੋਲ ਰਿਹਾ ਹੈ, ਮੈਂ ਬਹੁਤ ਬੇਨਤੀਆਂ ਕੀਤੀਆਂ ਨੇ, ਬੜੀ ਉੱਚੀ ਉੱਚੀ ਆਵਾਜ਼ ਵਿੱਚ ਪੁਕਾਰਿਆ ਵੀ ਹੈ, ਤੇ ਹੁਣ ਬਾਬਾ ਬੁੱਢਾ ਜੀ ਨੇ ਦੋਵੇਂ ਹੱਥਾਂ ਦੇ ਨਾਲ ਉਹ ਜਿਹੜੇ ਚੁਬਾਰੇ ਦੇ ਦਰਵਾਜ਼ੇ ਸਨ ਉਹਨਾਂ ਨੂੰ ਜ਼ੋਰ ਦੇ ਖੜਖੜਾਇਆ ਹੈ। ਜੋਰ ਲਾਏ ਜੋ ਹਨ ਕਰੇ ਬੋ ਦ੍ਰਿੜ ਕਰ ਦੀਨੋ। ਤੇ ਬਹੁਤ ਜ਼ੋਰ ਦੇ ਨਾਲ ਜਿਹੜਾ ਦਰਵਾਜ਼ਾ ਸੀ ਉਹ ਬਾਬਾ ਬੁੱਢਾ ਜੀ ਨੇ ਖੜਕਾਉਣਾ ਕੀਤਾ। ਜਤਨ ਰਿਓ ਕਰ ਖੁਲੇ ਨੇ ਅੰਤਰ ਨੇ ਬੋਲਾ। ਬੜਾ ਯਤਨ ਕੀਤਾ ਹੁਣ ਬਾਬਾ ਬੁੱਢਾ ਜੀ ਨੇ ਉਹ ਦਰਵਾਜ਼ਾ ਖੋਲਣ ਦਾ, ਪਰ ਯਤਨ ਕੋਈ ਵੀ ਕੰਮ ਨਹੀਂ ਕਰ ਰਿਹਾ। ਹੁਣ ਉਹ ਦਰਵਾਜ਼ਾ ਨਹੀਂ ਖੁੱਲ ਰਿਹਾ, ਨਾ ਹੀ ਅੰਦਰੋਂ ਕੋਈ ਆਵਾਜ਼ ਆ ਰਹੀ ਹੈ। ਬੁੱਢਾ ਹਿਰਦੇ ਵਿਚਾਰ ਤੋ ਕਿਮਲੇ ਦਰ ਖੋਲਾ। ਤੇ ਹੁਣ ਬਾਬਾ ਬੁੱਢਾ ਜੀ ਮਨ ਅੰਦਰ ਵਿਚਾਰਨ ਲੱਗੇ ਕਿ ਦਰਵਾਜ਼ਾ ਕਿਵੇਂ ਖੋਲਿਆ ਜਾਵੇ, ਕਿਸ ਤਰੀਕੇ ਦੇ ਨਾਲ ਇਹ ਦਰਵਾਜ਼ਾ ਖੁੱਲ ਸਕਦਾ ਹੈ, ਕਿਹੜਾ ਯਤਨ ਕੀਤਾ ਜਾਵੇ ਜਿਸ ਨਾਲ ਇਹ ਦਰਵਾਜ਼ਾ ਖੁੱਲ ਜਾਵੇ। ਬਲ ਤੇ ਚੂਥੀ ਖੈਂਚ ਕੇ ਬੋ ਬਾਰ ਹਲਾਈ। ਤੇ ਜਿਹੜੀ ਲੱਕੜ ਦੀ ਚੌਗਾਠ ਸੀ ਜਿਹਦੇ ਨਾਲ ਦਰਵਾਜ਼ਾ ਫਿੱਟ ਕੀਤਾ ਹੋਇਆ ਸੀ, ਬਾਬਾ ਬੁੱਢਾ ਜੀ ਦੀ ਜਵਾਨੀ ਦੀ ਉਮਰ ਸੀ, ਜਵਾਨੀ ਦਾ ਪਹਿਰਾ ਸੀ, ਤਾਕਤ ਸੀ, ਬਲ ਸੀ ਸਰੀਰ ਦੇ ਅੰਦਰ। ਉਹ ਜਿਹੜੀ ਚੌਗਾਠ ਸੀ ਦਰਵਾਜ਼ੇ ਦੀ, ਬੜਾ ਜ਼ੋਰ ਦੇ ਕੇ 2-3 ਵਾਰੀ ਉਸ ਦਰਵਾਜ਼ੇ ਦੀ ਚੌਗਾਠ ਨੂੰ ਹਿਲਾਇਆ, ਕੁਛ ਉਸ ਨੂੰ ਹਿਲਾ ਦਿੱਤਾ ਹੈ। ਇਤ ਉਤ ਕਰਕੇ ਜੋਰ ਤੇ ਬਾਹਰ ਨਿਕਸਾਈ। ਤੇ ਇੱਧਰ ਉੱਧਰ ਕਰਦਿਆਂ ਹੋਇਆਂ ਉਹ ਚੁਗਾਠ ਨੂੰ ਜਦੋਂ ਹਿਲਾਉਂਦੇ ਰਹੇ, ਕਦੀ ਅੱਗੇ ਵੱਲ ਨੂੰ ਕਦੀ ਪਿੱਛੇ ਵੱਲ ਨੂੰ, ਇੱਧਰ ਉੱਧਰ ਹਿਲਾਉਂਦਿਆਂ ਹੋਇਆਂ ਉਹ ਜਿਹੜੀ ਚੁਗਾਠ ਸੀ ਉਹ ਕੁਝ ਬਾਹਰ ਖਿੱਚ ਲਈ ਹੈ। ਈਟਾਂ ਕੁਛ ਕੁ ਉਖੇਰ ਕੇ ਲੀਏ ਖੋਲ ਕੀਵਾਰਾ। ਤੇ ਉਹਦੇ ਨਾਲ ਜਿਹੜੀਆਂ ਇੱਟਾਂ ਲੱਗੀਆਂ ਸਨ, ਜਿਸ ਇੱਟਾਂ ਦੇ ਵਿੱਚ ਉਹ ਚੁਗਾਠ ਫਿੱਟ ਸੀ, ਜਦੋਂ ਚੁਗਾਠ ਹਿੱਲ ਗਈ, ਕੁਝ ਇੱਟਾਂ ਖਿਸਕ ਗਈਆਂ, ਤੇ ਉਹਨਾਂ ਦੇ ਵਿੱਚੋਂ ਕੁਝ ਇੱਟਾਂ ਕੱਢ ਕੇ ਜਗ੍ਹਾ ਬਣਾ ਕੇ ਬਾਬਾ ਬੁੱਢਾ ਜੀ ਨੇ ਉਹ ਜਿਹੜਾ ਦਰਵਾਜ਼ਾ ਸੀ ਉਹ ਖੋਲ ਲਿਆ। ਅੰਤਰ ਜਾਏ ਪਰਵੇਸ਼ਿਓ ਬਿਨ ਸ਼ੰਕ ਉਧਾਰਾ। ਤੇ ਹੁਣ ਬਾਬਾ ਬੁੱਢਾ ਜੀ ਦਰਵਾਜ਼ਾ ਖੋਲ ਕੇ ਚੁਬਾਰੇ ਦੇ ਅੰਦਰ ਪ੍ਰਵੇਸ਼ ਕਰ ਗਏ। ਸ਼੍ਰੀ ਮੋਹਨ ਬੈਠੇ ਜਹਾਂ ਪਦਮਾਸਨ ਧਾਰੀ। ਤੇ ਹੁਣ ਉੱਥੇ ਪਹੁੰਚੇ ਨੇ ਜਿੱਥੇ ਬਾਬਾ ਮੋਹਨ ਜੀ ਪਦਮ ਆਸਨ ਲਾ ਕੇ ਬੈਠੇ ਹੋਏ ਸਨ। ਪਦਮ ਆਸਨ ਕਹਿੰਦੇ ਨੇ ਸੱਜਾ ਪੈਰ ਖੱਬੇ ਪੱਟ ਤੇ ਰੱਖ ਲੈਣਾ, ਖੱਬਾ ਪੈਰ ਸੱਜੇ ਪੱਟ ਤੇ ਰੱਖ ਲੈਣਾ, ਤੇ ਸੱਜੀ ਬਾਹ ਆਪਣੀ ਕਮਰ ਦੇ ਪਿੱਛੋਂ ਦੀ ਘੁਮਾ ਕੇ ਤੇ ਜਿਹੜਾ ਸੱਜੇ ਪੈਰ ਦਾ ਅੰਗੂਠਾ ਹੈ ਉਸ ਨੂੰ ਸੱਜੇ ਹੱਥ ਨਾਲ ਪਕੜਨਾ, ਤੇ ਖੱਬੀ ਬਾਹ ਉਸੇ ਤਰ੍ਹਾਂ ਕਮਰ ਦੇ ਪਿੱਛੋਂ ਘੁਮਾ ਕੇ ਉਹ ਸੱਜੇ ਪੈਰ ਦਾ ਅੰਗੂਠਾ ਪਕੜ ਲੈਣਾ। ਇਹਨੂੰ ਕਹਿੰਦੇ ਨੇ ਪਦਮ ਆਸਨ। ਛਾਤੀ ਦਾ ਵੱਲ ਕੱਢ ਕੇ ਛਾਤੀ ਸਿੱਧੇ ਹੋ ਕੇ ਬੈਠਣਾ। ਇਸ ਪ੍ਰਕਾਰ ਦੇ ਨਾਲ
ਬਾਬਾ ਮੋਹਨ ਜੀ ਪਦਮ ਆਸਣ ਲਾ ਕੇ ਸਮਾਧੀ ਦੇ ਵਿੱਚ ਲੀਨ ਸਨ, ਜੁੜੇ ਹੋਏ ਸਨ। ਲਗੀ ਸਮਾਦ ਅਖੰਡ ਰਸ ਨੈ ਦੇਹ ਸੰਭਾਰੀ। ਬਾਬਾ ਮੋਹਨ ਜੀ ਦੀ ਅਖੰਡ ਇੱਕ ਰਸ ਜਿਹੜੀ ਸਮਾਧੀ ਉਹ ਲੱਗੀ ਹੋਈ ਸੀ ਤੇ ਆਪਣੀ ਦੇਹ ਦੀ ਕੋਈ ਹੋਸ਼ ਨਹੀਂ ਸੀ, ਦੇਹ ਦੀ ਕੋਈ ਸੁਰਤ ਨਹੀਂ ਸੀ। ਇੱਕ ਰਸ ਜਿਹੜੀ ਸੀ ਅਖੰਡ ਸੁਰਤੀ ਉਹ ਵਾਹਿਗੁਰੂ ਪਰਮੇਸ਼ਰ ਦੇ ਨਾਮ ਨਾਲ ਜੁੜੀ ਹੋਈ ਸੀ। ਕਾਸ਼ਟ ਕੇਰ ਸਮਾਨ ਦ੍ਰਿੜ ਰਿਜੋਐ ਕਰ ਬੈਸਾ। ਤੇ ਜਿਵੇਂ ਲੱਕੜੀ ਸਿੱਧੀ ਹੁੰਦੀ ਹੈ ਉਹ ਹਿਲਦੀ ਨਹੀਂ, ਲੱਕੜੀ ਦੇ ਸਮਾਨ ਬਾਬਾ ਮੋਹਨ ਜੀ ਨੇ ਆਪਣਾ ਸਰੀਰ ਜਿਹੜਾ ਸੀ ਉਸ ਤਰ੍ਹਾਂ ਲੱਕੜੀ ਦੇ ਸਮਾਨ ਟਿਕਾਇਆ ਹੋਇਆ ਸੀ, ਸਰੀਰ ਵਿੱਚ ਕੋਈ ਹਿਲ ਜੁਲ ਨਹੀਂ ਸੀ। ਅਚਲ ਅੰਗ ਸਗਰੇ ਕਰੇ ਥਿਤ ਕਾਸ਼ਟ ਜੈਸਾ। ਲੱਕੜੀ ਦੇ ਵਾਂਗੂ ਆਪਣੇ ਜਿਹੜੇ ਅੰਗ ਸਨ ਸਰੀਰ ਦੇ ਉਹ ਸੰਕੋਚ ਕੇ ਸਾਵਧਾਨ ਕੀਤੇ ਹੋਏ ਸਨ, ਕੋਈ ਵੀ ਸਰੀਰ ਦਾ ਜਿਹੜਾ ਅੰਗ ਸੀ ਉਹ ਹਿਲਦਾ ਨਹੀਂ ਸੀ। ਲਘੂ ਸਿਰ ਪਰ ਸ਼ੁਭ ਕੇਸ਼ ਹੈ ਚੋਂ ਦਿਸ਼ਨ ਬਖੇਰੇ। ਤੇ ਬਾਬਾ ਮੋਹਨ ਜੀ ਦੇ ਸੀਸ ਦੇ ਉੱਪਰ ਥੋੜੇ ਜਿਹੇ ਕੇਸ ਸਨ ਤੇ ਉਹ ਜਿਹੜੇ ਚਾਰੇ ਪਾਸੇ ਖਿਲਰੇ ਹੋਏ ਸਨ। ਸਦਾ ਰਹੇ ਜੋ ਨਗਨਈ ਮਨ ਮਸਤ ਬਡੇਰੇ। ਮਸਤ ਸੁਭਾਅ ਦੇ ਮਾਲਕ ਸਨ, ਆਪਣੀ ਮਸਤੀ ਦੇ ਵਿੱਚ ਸਦਾ ਪਰਮੇਸ਼ਰ ਨਾਲ ਜੁੜੇ ਰਹਿਣਾ। ਸਰੀਰ ਦੀ ਕੋਈ ਸ਼ੁੱਧ ਨਹੀਂ ਸੀ, ਸਰੀਰ ਤੋਂ ਉੱਪਰ ਉੱਠੇ ਹੋਏ ਸਨ ਤੇ ਸਰੀਰ ਦੇ ਉੱਪਰ ਵਸਤਰ ਨਹੀਂ ਸਨ ਪਹਿਨਦੇ। ਬੁੱਢਾ ਬਿਸਮੈ ਹੋਏ ਰਿਓ ਅਵਲੋਕਨ ਕੀਨਾ। ਤੇ ਜਦੋਂ ਬਾਬਾ ਬੁੱਢਾ ਜੀ ਨੇ ਬਾਬਾ ਮੋਹਨ ਜੀ ਨੂੰ ਇਸ ਤਰ੍ਹਾਂ ਸਮਾਧੀ ਦੇ ਵਿੱਚ ਵੇਖਿਆ ਤੇ ਵੇਖ ਕਰਕੇ ਬਹੁਤ ਹੈਰਾਨ ਹੋਏ। ਰਿਓ ਹਿਲਾਏ ਸਰੀਰ ਕੋ ਆਸਨ ਆਸੀਨਾ। ਤੇ ਹੁਣ ਬਾਬਾ ਮੋਹਨ ਜੀ ਦੇ ਕੋਲ ਪਹੁੰਚ ਕੇ ਉਹਨਾਂ ਦੇ ਸੁਰਤ ਨੂੰ ਖੋਲਣ ਦਾ ਯਤਨ ਕਰਨ ਲੱਗੇ। ਬਾਬਾ ਮੋਹਨ ਜੀ ਦੇ ਸਰੀਰ ਨੂੰ ਅੰਗ ਫੜ ਕੇ ਹਿਲਾਉਣਾ ਕੀਤਾ। ਲਗੀ ਸਮਾਦ ਅਗਾਦਈ ਨੇ ਪੌਣ ਉਤਾਰਾ। ਤੇ ਬਾਬਾ ਮੋਹਨ ਜੀ ਦੀ ਸਮਾਧੀ ਉਸੇ ਤਰ੍ਹਾਂ ਲੱਗੀ ਰਹੀ ਕਿਉਂਕਿ ਸੁਰਤ ਜਿਹੜੀ ਸੀ ਉਹ ਤਾਂ ਸਰੀਰ ਵਿੱਚੋਂ ਨਿਕਲ ਕੇ ਪਰਮੇਸ਼ਰ ਨਾਲ ਜੁੜੀ ਹੋਈ ਸੀ, ਸਰੀਰ ਤੋਂ ਉੱਪਰ ਉੱਠੇ ਹੋਏ ਸਨ, ਸਵਾਸ 10ਵੇਂ ਦਵਾਰ ਤੇ ਚੜਾਏ ਹੋਏ ਸਨ। ਇਸ ਕਰਕੇ ਬਹੁਤ ਯਤਨ ਕੀਤਾ ਪਰ ਸਮਾਧੀ ਨਹੀਂ ਖੁੱਲੀ ਤੇ ਨਾ ਹੀ ਬਾਬਾ ਮੋਹਨ ਜੀ ਨੇ ਜਿਹੜੇ ਸਵਾਸ 10ਵੇਂ ਦਵਾਰ ਤੇ ਚੜਾਏ ਹੋਏ ਸਨ ਉਹੀ ਨੀਚੇ ਉਤਾਰੇ ਹਨ। ਇਤ ਉਤਰਿਓ ਹਿਲਾਏ ਬਹੁ ਨੈ ਭਈ ਸੰਭਾਰਾ। ਬੜਾ ਹਲਾਇਆ ਬਾਬਾ ਬੁੱਢਾ ਜੀ ਨੇ, ਫੜ ਕੇ ਇਧਰੋਂ ਉਧਰੋਂ ਸਰੀਰ ਨੂੰ ਹਿਲਾਉਣਾ ਕੀਤਾ ਪਰ ਕੋਈ ਉੱਥੇ ਦੇਹ ਦੀ ਉਹਨਾਂ ਨੇ ਸੰਭਾਲ ਨਹੀਂ ਕੀਤੀ, ਭਾਵ ਉਹ ਸੁਰਤ ਵਿੱਚ ਨਹੀਂ ਆਏ। ਸ਼ਬਦ ਸੁਨਿਓ ਜਬ ਅਪਰ ਨੇ ਦਰ ਖੋਲਨ ਕੋਰਾ। ਤੇ ਹੁਣ ਜਦੋਂ ਦਰਵਾਜ਼ਾ ਖੁੱਲਣ ਦੀ ਆਵਾਜ਼ ਆਈ ਤੇ ਨੇੜੇ ਦੇ ਰਹਿਣ ਵਾਲੇ ਕਿਸੇ ਨੇ ਸੁਣਿਆ ਕਿ ਬਾਬਾ ਮੋਹਨ ਜੀ ਦੇ ਚੁਬਾਰੇ ਦਾ ਦਰਵਾਜ਼ਾ ਕਿਸੇ ਨੇ ਖੋਲ੍ਹਿਆ ਤੇ ਦਰਵਾਜ਼ਾ ਖੋਲਣ ਦੀ ਆਵਾਜ਼ ਸੁਣ ਕਰਕੇ ਸੁਧ ਦੀਨਸ ਤਿਨ ਮੋਹਰੀ ਆਇਓ ਤਿਸ ਬੇਰਾ। ਤੇ ਉਹ ਦੌੜ ਕੇ ਉਸੇ ਵਕਤ ਬਾਬਾ ਮੋਹਰੀ ਜੀ ਦੇ ਕੋਲ ਪਹੁੰਚਿਆ ਤੇ ਆ ਕੇ ਦੱਸਿਆ ਕਿ ਕਿਸੇ ਨੇ ਬਾਬਾ ਮੋਹਨ ਜੀ ਦੇ ਚੁਬਾਰੇ ਦਾ ਦਰਵਾਜ਼ਾ ਖੋਲ੍ਹਿਆ ਹੈ। ਨਮੋ ਕਰਤ ਬੁੱਢਾ ਪਿਖਿਓ ਪਦ ਗਹਿਤ ਹਿਲਾਵੇ। ਤੇ ਹੁਣ ਜਦੋਂ ਬਾਬਾ ਬੁੱਢਾ ਜੀ ਨੂੰ ਵੇਖਿਆ ਬਾਬਾ ਮੋਹਰੀ ਜੀ ਨੇ ਆ ਕੇ ਕਿ ਬਾਬਾ ਬੁੱਢਾ ਜੀ ਨੇ ਦਰਵਾਜ਼ਾ ਖੋਲ੍ਹਿਆ ਤੇ ਉਹ ਬਾਬਾ ਮੋਹਨ ਜੀ ਨੂੰ ਹਿਲਾ ਰਹੇ ਨੇ ਤੇ ਆ ਕਰਕੇ ਵੇਖ ਕੇ ਬਾਬਾ ਬੁੱਢਾ ਜੀ ਨੂੰ ਨਮਸਕਾਰ ਕੀਤੀ ਹੈ ਬਾਬਾ ਮੋਹਰੀ ਜੀ ਨੇ। ਦੌਰਤ ਆਏ ਮੋਹਰੀ ਕੈ ਬਾਤ ਸੁਨਾਵੇ। ਤੇ ਦੌੜ ਕੇ ਆਏ ਬਾਬਾ ਮੋਹਰੀ ਜੀ ਨੇ ਜਦੋਂ ਵੇਖਿਆ ਕਿ ਬਾਬਾ ਬੁੱਢਾ ਜੀ ਤਾਂ ਬਾਬਾ ਮੋਹਨ ਜੀ ਦੇ ਅੰਗਾਂ ਨੂੰ ਫੜ ਕੇ ਹਿਲਾ ਰਹੇ ਨੇ, ਇਸ ਤਰ੍ਹਾਂ ਵੇਖ ਕੇ ਬਾਬਾ ਮੋਹਰੀ ਜੀ ਦੌੜ ਕੇ ਆਏ ਤੇ ਬੋਲ ਕੇ ਕਹਿਣ ਲੱਗੇ ਉੱਚੀ ਆਵਾਜ਼ ਦੇ ਵਿੱਚ, ਕਿਉਂ ਛੇਰਤ ਹੋ ਇਨੇ ਕੋ ਨਿਤ ਮਸਤ ਸੁਭਾਉ। ਕਹਿਣ ਲੱਗੇ ਬਾਬਾ ਬੁੱਢਾ ਜੀ ਤੁਸੀਂ ਇਹਨਾਂ ਨੂੰ ਕਿਉਂ ਛੇੜਦੇ ਹੋ, ਕਿਉਂ ਹਿਲਾਉਂਦੇ ਹੋ, ਇਹ ਤਾਂ ਮਸਤ ਸੁਭਾਅ ਦੇ ਮਾਲਕ ਨੇ, ਇਸੇ ਤਰ੍ਹਾਂ ਮਸਤੀ ਦੇ ਵਿੱਚ ਰਹਿੰਦੇ ਨੇ, ਸਦਾ ਸੁਰਤ ਪਰਮੇਸ਼ਰ ਦੇ ਨਾਮ ਨਾਲ ਜੋੜ ਕੇ ਰੱਖਦੇ ਨੇ, ਤੁਸੀਂ ਇਹਨਾਂ ਦੇ ਸਰੀਰ ਨੂੰ ਹਿਲਾਉਣਾ ਨਾ ਕਰੋ।
बड लगू नहीं विचार तो न देखे काऊ। ਤੇ ਇਸ ਕਰਕੇ ਇਹ ਮਸਤ ਸੁਭਾਅ ਦੇ ਮਾਲਕ ਨੇ, ਕਿਸੇ ਤੱਕ ਇਹਨਾਂ ਦੀ ਕੋਈ ਗਰਜ ਨਹੀਂ। ਤੇ ਇਸ ਕਰਕੇ ਜੇ ਤੁਸੀਂ ਇਸ ਤਰ੍ਹਾਂ ਕਰੋਗੇ, ਇਹਨਾਂ ਨੂੰ ਤੰਗ ਕਰੋਗੇ, ਸੁਰਤੀ ਖੋਲਣ ਦਾ ਯਤਨ ਕਰੋਗੇ, ਤੇ ਫਿਰ ਇਹ ਵੱਡਾ ਛੋਟਾ ਨਹੀਂ ਵੇਖਦੇ, ਇਸ ਗੱਲ ਦਾ ਫਿਰ ਖਿਆਲ ਨਹੀਂ ਕਰਦੇ, ਵੱਡੇ ਛੋਟੇ ਨੂੰ ਨਹੀਂ ਵੇਖਦੇ ਹਨ। श्राप आद निष्ठुर पने हेर तरिस धारे। ਤੇ ਇਸ ਤਰ੍ਹਾਂ ਦੇ ਨਾਲ ਜੇ ਕੋਈ ਇਹਨਾਂ ਦੇ ਨਾਲ ਏਦਾਂ ਕਰਦਾ ਹੈ ਤੇ ਉਹਨੂੰ ਵੇਖ ਕੇ ਹਿਰਦੇ ਅੰਦਰ ਗੁੱਸਾ ਧਾਰਨ ਕਰਕੇ ਫਿਰ ਸ਼ਰਾਪ ਦੇ ਦਿੰਦੇ ਨੇ। ਕਿ ਫਿਰ ਵੇਖ ਕੇ ਵੱਡੇ ਛੋਟੇ ਦੀ ਲਿਹਾਜ਼ ਨਹੀਂ ਰਹਿੰਦੀ, ਕਿਉਂਕਿ ਜਦੋਂ ਸੁਰਤ ਜੁੜੀ ਹੋਈ ਹੈ ਤੇ ਜੇ ਸੁਰਤ ਨੂੰ ਕੋਈ ਖੇਡਣ ਦਾ ਯਤਨ ਕਰੇ, ਕੋਈ ਭੰਗ ਪਾਉਣ ਦਾ ਯਤਨ ਕਰੇ, ਤੇ ਫਿਰ ਉਹ ਲਿਹਾਜ਼ ਨਹੀਂ ਕਰਦੇ, ਸ਼ਰਾਪ ਦੇ ਦਿੰਦੇ ਹਨ। कर न स्पर्शो अंग इन नैन उगारे। ਇਸ ਤਰ੍ਹਾਂ ਦੇ ਨਾਲ ਤੁਸੀਂ ਇਹਨਾਂ ਦੇ ਅੰਗਾਂ ਨਾਲ ਸਪਰਸ਼ ਨਾ ਕਰੋ, ਇਹਨਾਂ ਨੇ ਆਪਣੇ ਨੈਣ ਜਿਹੜੇ ਹਨ ਅੱਖਾਂ ਉਹ ਨਹੀਂ ਖੋਲਣੀਆਂ। निज स्वभाव में मस्त रे कै संग न बोले। ਇਹ ਤਾਂ ਇਸ ਤਰ੍ਹਾਂ ਹਰ ਰੋਜ਼ ਇਸ ਆਪਣੇ ਮਸਤ ਦੇ ਸੁਭਾਅ ਦੇ ਅਨੁਸਾਰ ਮਸਤ ਰਹਿੰਦੇ ਨੇ, ਕਿਸੇ ਨਾਲ ਕੋਈ ਗੱਲ ਨਹੀਂ ਕਰਦੇ, ਕਿਸੇ ਨਾਲ ਬੋਲਦੇ ਨਹੀਂ ਹਨ। बैठे हो अंतर इमरे कब कब दर खोले। ਇਹ ਹਮੇਸ਼ਾ ਬਾਬਾ ਜੀ ਸਦਾ ਇਸ ਚੁਬਾਰੇ ਦੇ ਅੰਦਰ ਹੀ ਰਹਿੰਦੇ ਨੇ। ਜ਼ਿਆਦਾਤਰ ਇਹਨਾਂ ਦਾ ਨਿਵਾਸ ਇੱਥੇ ਹੀ ਹੈ, ਅੰਦਰ ਹੀ ਰਹਿੰਦੇ ਹਨ। ਕਦੀ ਕਦੀ ਇਸ ਚੁਬਾਰੇ ਦਾ ਦਰਵਾਜ਼ਾ ਖੋਲਦੇ ਹਨ। जुग हाथन भोजन करे जब तजे समादा। ਤੇ ਜਦੋਂ ਸਮਾਧੀ ਖੋਲਦੇ ਨੇ, ਪਹਿਲਾਂ ਤਾਂ ਘੱਟ ਸਮਾਧੀ ਖੁੱਲਦੀ ਹੈ, ਬਹੁਤ ਘੱਟ ਸਮਾਧੀ ਨੂੰ ਖੋਲਦੇ ਨੇ, ਬਾਹਰ ਆਉਂਦੇ ਨੇ। ਤੇ ਜੇਕਰ ਜਦੋਂ ਕਿਤੇ ਇਹਨਾਂ ਦੀ ਸਮਾਧੀ ਖੁੱਲਦੀ ਹੈ ਤੇ ਫਿਰ ਦੋਵੇਂ ਹੱਥਾਂ ਦੇ ਨਾਲ ਇਹ ਭੋਜਨ ਕਰਦੇ ਹਨ। नाए ता बैठे इसी बिद अनगाद अगादा। ਤੇ ਨਹੀਂ ਤਾਂ ਇਸੇ ਵਿਧੀ ਦੇ ਅਨੁਸਾਰ ਅਗਾਧ ਭਾਵ ਅਥਾਹ ਪਰਮੇਸ਼ਰ ਦੇ ਵਿੱਚ ਲਿਵ ਲੀਨ ਹੋਏ ਰਹਿੰਦੇ ਹਨ, ਸੁਰਤ ਨੂੰ ਜੋੜ ਕੇ ਰੱਖਦੇ ਹਨ। सुन बोडे तिस दिशा को बंधन पुन कीनी। ਤੇ ਹੁਣ ਫਿਰ ਇਸ ਪ੍ਰਕਾਰ ਦੇ ਨਾਲ ਜਦੋਂ ਬਾਬਾ ਮੋਹਰੀ ਜੀ ਦੇ ਬਚਨ ਸੁਣ ਕੇ ਬਾਬਾ ਬੁੱਢਾ ਜੀ ਨੇ ਬਾਬਾ ਮੋਹਨ ਜੀ ਵੱਲ ਵੇਖ ਕਰਕੇ ਉਹਨਾਂ ਨੂੰ ਨਮਸਕਾਰ ਕੀਤੀ, ਵੰਦਨਾ ਕੀਤੀ ਹੈ। नमो मोहरी को करी मैं मां बड़ चीनी। ਤੇ ਇਸ ਤਰ੍ਹਾਂ ਦੇ ਨਾਲ ਬਾਬਾ ਮੋਹਨ ਜੀ ਦੀ ਵੀ ਵੱਡੀ ਉਪਮਾ ਜਾਣਦੇ ਆ, ਮਹਿਮਾ ਨੂੰ ਜਾਣਦੇ ਆ ਹੋਇਆਂ ਬਾਬਾ ਮੋਹਰੀ ਜੀ ਨੇ ਵੀ ਉਹਨਾਂ ਨੂੰ ਨਮਸਕਾਰ ਕੀਤੀ ਹੈ। गुरबाणी हाथ न लगे और बिखे बिचारा। ਤੇ ਹੁਣ ਬਾਬਾ ਬੁੱਢਾ ਜੀ ਹਿਰਦੇ ਵਿੱਚ ਵਿਚਾਰ ਕਰਨ ਲੱਗੇ ਕਿ ਜੋ ਗੁਰਬਾਣੀ ਦੀਆਂ ਮੈਂ ਪੋਥੀਆਂ ਲੈਣ ਵਾਸਤੇ ਆਇਆ ਸੀ ਉਹ ਮੇਰੇ ਹੱਥ ਨਹੀਂ ਲੱਗੀਆਂ। ਪਹਿਲਾਂ ਭਾਈ ਗੁਰਦਾਸ ਜੀ ਵਾਪਸ ਚਲੇ ਗਏ ਯਤਨ ਕਰਕੇ, ਫਿਰ ਗੁਰੂ ਜੀ ਦੀ ਆਗਿਆ ਲੈ ਕੇ ਮੈਂ ਵੀ ਆਇਆ, ਆਪਣਾ ਬਹੁਤ ਯਤਨ ਕੀਤਾ, ਪਰ ਉਹ ਗੁਰਬਾਣੀ ਦੀਆਂ ਪੋਥੀਆਂ ਜਿਹੜੀਆਂ ਹਨ ਬਹੁਤ ਯਤਨ ਕਰਨ ਦੇ ਬਾਵਜੂਦ ਵੀ ਸਾਡੇ ਹੱਥ ਨਹੀਂ ਲੱਗੀਆਂ ਹਨ। चलियो सुधा सर को बहुर गुर के दरबारा। ਤੇ ਹੁਣ ਬਾਬਾ ਬੁੱਢਾ ਜੀ ਵੀ ਉਸੇ ਤਰ੍ਹਾਂ ਇੱਥੋਂ ਵਾਪਸ ਗੋਇੰਦਵਾਲ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ, ਜਿੱਥੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਦਰਬਾਰ ਸਜਦਾ ਹੈ, ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲ ਨੂੰ ਵਾਪਸ ਚੱਲੇ ਹਨ। श्री अर्जन सो मिलियो तब पद बंधन ठानी। ਤੇ ਸਾਰਾ ਪਿੰਡ ਤੈਅ ਕਰਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਨੇ ਬਾਬਾ ਬੁੱਢਾ ਜੀ, ਤੇ ਪਹੁੰਚ ਕਰਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਮਿਲੇ। ਦੋਵੇਂ ਹੱਥ ਜੋੜ ਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਨਮਸਕਾਰ ਕਰਕੇ ਵੰਦਨਾ ਕਰਕੇ ਬਾਬਾ ਬੁੱਢਾ ਜੀ ਬੋਲੇ, कही बारता सकलई पाए ना गुरबानी। ਕਿਉਂ ਜਿਹੜੀ ਸਾਰੀ ਵਾਰਤਾ ਹੁਣ ਬਾਬਾ ਬੁੱਢਾ ਜੀ ਨੇ ਦੱਸੀ ਕਿ ਇਸ ਪ੍ਰਕਾਰ ਦੇ ਨਾਲ ਉੱਥੇ ਪਹੁੰਚ ਕੇ ਬੜੀਆਂ ਬੇਨਤੀਆਂ ਕੀਤੀਆਂ, ਬੜੀ ਵਾਰੀ ਪੁਕਾਰਿਆ, ਫਿਰ ਇਸ ਪ੍ਰਕਾਰ ਦੇ ਨਾਲ ਦਰਵਾਜ਼ਾ ਵੀ ਖੋਲਿਆ ਏ ਮੈਂ ਯਤਨ ਕਰਕੇ, ਪਰ ਕਿਸੇ ਪ੍ਰਕਾਰ ਦੇ ਨਾਲ ਬਹੁਤ ਯਤਨ ਕਰਨ ਦੇ ਬਾਵਜੂਦ ਵੀ ਗੁਰਬਾਣੀ ਦੀਆਂ ਪੋਥੀਆਂ ਸਾਨੂੰ ਪ੍ਰਾਪਤ ਨਹੀਂ ਹੋਈਆਂ। नै समाध तिस की खुले जाचे किस पासी। ਤੇ ਹੁਣ ਬਾਬਾ ਮੋਹਨ ਜੀ ਦੀ ਸਮਾਧੀ ਹੋਈ ਨਹੀਂ ਖੁੱਲੀ,
ਐਸੀ ਉਹਨਾਂ ਦੀ ਸਮਾਧੀ ਜੁੜੀ ਹੋਈ ਹੈ। ਬੜਾ ਯਤਨ ਕੀਤਾ ਹੈ ਤੇ ਉਹਨਾਂ ਦੀ ਸਮਾਧੀ ਨਹੀਂ ਖੁੱਲੀ ਤੇ ਗੁਰਬਾਣੀ ਦੀਆਂ ਪੋਥੀਆਂ ਦੀ ਮੰਗ ਅਸੀਂ ਕਿਹਦੇ ਕੋਲੋਂ ਕਰਨੀ ਸੀ, ਕਿਉਂਕਿ ਗੁਰਬਾਣੀ ਦੀਆਂ ਪੋਥੀਆਂ ਉਹਨਾਂ ਕੋਲ ਨੇ। ਉਹਨਾਂ ਦੀ ਸਮਾਧੀ ਨਾ ਖੁੱਲਣ ਕਰਕੇ ਤੇ ਕਿਸ ਪਾਸ ਬੇਨਤੀ ਕਰਕੇ ਅਸੀਂ ਪੋਥੀਆਂ ਦੀ ਮੰਗ ਕਰਦੇ। ਕੋ ਦੇਵੇਂ ਸਭ ਪੋਥੀਆਂ ਕਿਸ ਕਰੇ ਹੋਲਾਸੀ। ਤੇ ਕੌਣ ਪੋਥੀਆਂ ਉੱਥੇ ਸਾਨੂੰ ਦਿੰਦਾ? ਤੇ ਜਿਹੜਾ ਇਹ ਕਾਰਜ ਸੀ, ਇਹ ਕਾਰਜ ਸਵਾਰ ਦਿੰਦਾ ਜਿਹਦੇ ਨਾਲ ਖੁਸ਼ੀ ਪ੍ਰਾਪਤ ਹੁੰਦੀ। ਉੱਥੇ ਪੋਥੀਆਂ ਦੇਣ ਵਾਲਾ ਹੋਰ ਕੋਈ ਨਹੀਂ ਸੀ। ਬਾਬਾ ਮੋਹਨ ਜੀ ਤੋਂ ਬਿਨਾ ਪੋਥੀਆਂ ਕਿਸੇ ਕੋਲੋਂ ਪ੍ਰਾਪਤ ਨਹੀਂ ਹੋ ਸਕਦੀਆਂ। ਤੋਰ ਕੀ ਵਾਰ ਪ੍ਰਵੇਸ਼ਿਓ ਬੋ ਭਾਂਤ ਹਿਲਾਇਓ। ਅਸੀਂ ਤਾਂ ਦਰਵਾਜ਼ਾ ਵੀ ਤੋੜ ਦਿੱਤਾ, ਉਹਦੀ ਚੁਗਾਠ ਪੜ ਦਿੱਤੀ। ਦਰਵਾਜ਼ਾ ਤੋੜ ਕੇ ਅਸੀਂ ਅੰਦਰ ਪ੍ਰਵੇਸ਼ ਕਰ ਗਏ। ਅੰਦਰ ਪ੍ਰਵੇਸ਼ ਕਰਕੇ ਬੜੇ ਭਾਂਤ ਬੜੇ ਤਰੀਕਿਆਂ ਦੇ ਨਾਲ ਬਾਬਾ ਮੋਹਨ ਜੀ ਨੂੰ ਹਿਲਾਉਣਾ ਕੀਤਾ। ਧਿਆਨ ਖੋਲਿਓ ਨੈ ਤਿਸੀ ਕੋ ਮੈਂ ਹਟ ਕਰ ਆਇਓ। ਪਰ ਬਾਬਾ ਮੋਹਨ ਜੀ ਦੀ ਸਮਾਧੀ ਨਹੀਂ ਖੁੱਲੀ। ਉਹ ਆਪਣੀ ਸਮਾਧੀ ਦੇ ਵਿੱਚ ਇੱਕ ਰਸ ਉਸੇ ਤਰ੍ਹਾਂ ਲੀਨ ਹੋਏ ਰਹੇ। ਤੇ ਜਦੋਂ ਉਹਨਾਂ ਦੀ ਸਮਾਧੀ ਮੇਰੇ ਕੋਲੋਂ ਕਿਸੇ ਵੀ ਯਤਨ ਨਾਲ ਨਹੀਂ ਖੁੱਲੀ ਤੇ ਮੈਂ ਉੱਥੋਂ ਹਟ ਕੇ ਫਿਰ ਵਾਪਸ ਚੱਲ ਕੇ ਆ ਗਿਆ ਹਾਂ। ਦੋਹਰਾ ਸੁਨ ਬੁੱਢੇ ਕੇ ਬਚਨ ਕੋ ਮਿਲੇ ਨਾ ਖੁਲੇ ਧਿਆਨ। ਤੇ ਜਦੋਂ ਬਾਬਾ ਬੁੱਢਾ ਜੀ ਦੇ ਕੋਲੋਂ ਇਹ ਬਚਨ ਸੁਣੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ, ਬਾਬਾ ਬੁੱਢਾ ਜੀ ਦੇ ਬਚਨ ਸੁਣ ਕੇ ਮਨ ਅੰਦਰ ਵਿਚਾਰਨ ਲੱਗੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਿ ਨਾ ਤਾਂ ਬਾਬਾ ਮੋਹਨ ਜੀ ਕਿਸੇ ਨੂੰ ਮਿਲਦੇ ਨੇ ਤੇ ਨਾ ਹੀ ਉਹਨਾਂ ਦਾ ਧਿਆਨ, ਉਹਨਾਂ ਦੀ ਸੁਰਤੀ ਜਿਹੜੀ ਉਹ ਖੁੱਲਦੀ, ਸਮਾਧੀ ਜਿਹੜੀ ਉਹ ਖੁੱਲਦੀ ਹੈ। ਤਿਸ ਪਰ ਬਸ ਕੈਸੇ ਚਲੇ ਕਯੋ ਸੁਨੇ ਨੇ ਕਾਨ। ਉੱਥੇ ਹੁਣ ਕਿਵੇਂ ਕਿਸੇ ਦਾ ਕੋਈ ਵਸ ਚੱਲ ਸਕਦਾ ਹੈ? ਬੜਾ ਯਤਨ ਕਰਕੇ ਆ ਗਏ ਨੇ, ਨਾ ਉਹ ਕਿਸੇ ਦੇ ਨਾਲ ਕੋਈ ਗੱਲ ਕਰਦੇ ਨੇ ਤੇ ਨਾ ਕਿਸੇ ਦੀ ਕਹੀ ਹੋਈ ਗੱਲ ਨੂੰ ਆਪਣੇ ਕੰਨ ਨਾਲ ਸੁਣਦੇ ਨੇ। ਆਪਣੀ ਸਮਾਧੀ ਵਿੱਚ ਲੀਨ ਨੇ, ਕਿਸੇ ਦੀਆਂ ਪੁਕਾਰਾਂ, ਕਿਸੇ ਦੀਆਂ ਬੇਨਤੀਆਂ ਉਹ ਨਹੀਂ ਸੁਣਦੇ। ਸਮਾਧੀ ਵਿੱਚ ਲੀਨ ਹੋਏ ਹੋਏ ਨੇ। ਹੁਣ ਉੱਥੇ ਕਿਸੇ ਦਾ ਕੋਈ ਯਤਨ ਕਿਵੇਂ ਬਣਾਵੇ, ਕੋਈ ਕੀ ਉਪਾਅ ਕਰੇ? ਅੜਿਲ ਦਰ ਕੇ ਪੇਰ ਕੀ ਵਾਰ ਸਮਾਦ ਲਗਾਵਤੋ। ਤੇ ਬਾਬਾ ਮੋਹਨ ਜੀ ਚੁਬਾਰੇ ਦੇ ਦਰਵਾਜ਼ੇ ਜਿਹੜੇ ਹਨ, ਉਹ ਕਵਾੜ ਹਨ, ਉਹਨਾਂ ਨੂੰ ਬੰਦ ਕਰਕੇ ਅੰਦਰ ਸਮਾਧੀ ਲਾ ਕੇ ਬੈਠੇ ਰਹਿੰਦੇ ਹਨ। ਨਿਤ ਹੀ ਮਸਤ ਸੁਭਾਵ ਨਾ ਕੋਏ ਬੁਲਾਵਤੋ। ਤੇ ਨੇਤੇ ਉਹਨਾਂ ਦਾ ਸੁਭਾਅ ਮਸਤੀ ਵਾਲਾ ਹੈ, ਆਪਣੀ ਮਸਤੀ ਦੇ ਵਿੱਚ ਰੰਗੇ ਹੋਏ ਸਦਾ ਸਮਾਧੀ ਵਿੱਚ ਲੀਨ ਰਹਿੰਦੇ ਨੇ। ਇਸ ਕਰਕੇ ਨਾ ਕਿਸੇ ਨਾਲ ਬੋਲਦੇ ਨੇ, ਨਾ ਉਹਨਾਂ ਨੂੰ ਕੋਈ ਜਾ ਕੇ ਬੁਲਾਉਂਦਾ ਹੈ। ਰਹੇ ਦੂਰ ਲੈ ਤਰਾਸ ਸਮੀਪ ਨਾ ਜਾਤ ਕੋ। ਤੇ ਸਾਰੇ ਉਹਨਾਂ ਦਾ ਡਰ ਵੀ ਰੱਖਦੇ ਨੇ ਕਿ ਕਿਸੇ ਦਾ ਨਾਲ ਕੋਈ ਐਸਾ ਬਚਨੀ ਨਾ ਬੋਲ ਦੇਣ। ਇਸ ਕਰਕੇ ਉਹਨਾਂ ਦਾ ਡਰ ਮੰਨਦੇ ਹੋਏ ਕੋਈ ਉਹਨਾਂ ਦੇ ਨੇੜੇ ਵੀ ਨਹੀਂ ਜਾਂਦਾ ਹੈ। ਹੋਵੇ ਕ੍ਰੋਧਤ ਉਚਰੇ ਸਰਾਪ ਸੋ ਚੈਤ ਇਕਾਂਤ ਕੋ। ਤੇ ਕਿਤੇ ਕਿਉਂਕਿ ਡਰ ਹੈ ਕਿ ਜੇ ਕ੍ਰੋਧ ਵਿੱਚ ਆ ਗਏ ਕਿਤੇ ਸਰਾਪ ਦੇ ਦੇਣ। ਉਹ ਤਾਂ ਸਦਾ ਇਕਾਂਤ ਚਾਹੁੰਦੇ ਨੇ ਕਿ ਇਕਾਂਤ ਵਿੱਚ ਰਹੀਏ, ਸਾਡੇ ਕੋਲ ਕੋਈ ਨਾ ਆਵੇ। ਇਸ ਤਰ੍ਹਾਂ ਦੇ ਨਾਲ ਉਹਨਾਂ ਦਾ ਡਰ ਵੀ ਸਾਰਿਆਂ ਦੇ ਮਨ ਅੰਦਰ ਬਣਿਆ ਰਹਿੰਦਾ ਹੈ। ਹਮਰੇ ਪਿਤ ਕੇ ਸਾਥ ਰਿਸਾਵਤ ਹੀ ਰਹਿਓ। ਸਾਡੇ ਪਿਤਾ ਭਾਵ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾਲ ਵੀ ਇਹ ਗੁੱਸਾ ਹੀ ਰੱਖਦੇ ਰਹੇ। ਜਦੋਂ ਗੁਰਤਾ ਗੱਦੀ ਮਿਲੀ, ਸਾਡੇ ਪਿਤਾ ਜੀ ਦੇ ਨਾਲ, ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾਲ ਵੀ ਇਹਨਾਂ ਨੇ ਗੁੱਸਾ ਰੱਖਿਆ। ਗੁਰਤਾ ਪ੍ਰਾਪਤ ਨਾਏ ਦ્વੈਸ਼ ਜਾਂ ਤੇ ਚਹਿਓ। ਤੇ ਗੁਰਤਾ ਗੱਦੀ ਚਾਹੁੰਦੇ ਸਨ ਕਿ ਗੁਰਤਾ ਗੱਦੀ ਸਾਨੂੰ ਪ੍ਰਾਪਤ ਹੋ ਜਾਵੇ, ਉਹ ਪ੍ਰਾਪਤ ਨਹੀਂ ਹੋਈ ਤੇ ਇਸ ਕਰਕੇ ਗੁਰੂ ਪਿਤਾ ਜੀ ਦੇ ਨਾਲ ਈਰਖਾ ਵੀ ਰੱਖਦੇ ਰਹੇ। ਸ਼੍ਰੀ ਗੁਰ ਤਿਨ ਕੇ ਪਿਤਾ ਬਿਰਦ ਤਨ ਬੈ ਮਹਾ। ਜਿਹੜੇ ਬਾਬਾ ਮੋਹਨ ਜੀ ਦੇ ਪਿਤਾ ਜੀ ਸਨ, ਭਾਵ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ, ਉਹਨਾਂ ਦੀ ਜਿਹੜੀ ਉਮਰ ਸੀ, ਸਰੀਰ ਦੀ ਅਵਸਥਾ ਸੀ, ਉਹ ਬਹੁਤ ਬਜ਼ੁਰਗੀ ਵਾਲੀ ਹੋ ਚੁੱਕੀ ਸੀ। ਹੋ ਕਯੋ ਨ ਮਾਨਿਓ ਬਾਤ
ਪ੍ਰੇਮ ਤੇ ਬਹੁ ਕਹਾ। ਤੇ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਹੁਣ ਸਮਾਂ ਨਜ਼ਦੀਕ ਆਣ ਪਹੁੰਚਿਆ, ਸੱਚਖੰਡ ਪਿਆਨਾ ਕਰਨ ਦਾ ਬਜ਼ੁਰਗੀ ਦੀ ਅਵਸਥਾ ਹੋ ਚੁੱਕੀ ਸੀ, ਤੇ ਗੁਰਿਆਈ ਦਾ ਤਿਲਕ ਜਦੋਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਦਿੱਤਾ, ਇਹ ਸੇਵਾ ਬਖਸ਼ਿਸ਼ ਕੀਤੀ, ਉਸ ਵਕਤ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਹੁਕਮ ਕੀਤਾ ਸੀ ਕਿ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਨੂੰ ਲੱਗੋ, ਉੱਠ ਕੇ ਨਮਸਕਾਰ ਕਰੋ। ਉਸ ਵਕਤ ਬਾਬਾ ਮੋਹਨ ਜੀ ਉੱਠ ਕੇ ਗੁੱਸੇ ਨਾਲ ਚਲੇ ਗਏ ਸਨ। ਮੋਹਰੇ ਪੁੱਤ ਸਨਮੁਖ ਹੋਇਆ, ਰਾਮਦਾਸੈ ਪੈਰੀ ਪਾਏ ਜਿਉ। ਬਾਬਾ ਮੋਹਰੀ ਜੀ ਨੇ ਬਚਨ ਮੰਨੇ ਸਨ ਤੇ ਉੱਠ ਕੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਸੀ। ਉਸ ਵਕਤ ਇਹਨਾਂ ਨੇ ਗੁਰੂ ਪਿਤਾ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪਿਆਰ ਨਾਲ ਕਹੇ ਹੋਏ ਬਚਨ ਜਿਹੜੇ ਉਹ ਨਹੀਂ ਸਨ ਮੰਨੇ, ਗੁੱਸੇ ਵਿੱਚ ਉੱਠ ਕੇ ਚਲੇ ਗਏ ਸਨ। ਇਨ ਕਾਰਨ ਤੇ ਦੁਲੱਭ ਸ਼ਬਦ ਸਭ ਗੁਰਨ ਕੇ। ਤੇ ਹੁਣ ਇਹ ਸਾਰੇ ਕਾਰਨ ਜਾਣਦਿਆਂ ਹੋਇਆਂ, ਸਾਰੇ ਵਿਚਾਰ ਕਰਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਿ ਜੋ ਗੁਰੂ ਸਾਹਿਬਾਨ ਜੀ ਦੇ ਉਚਾਰਨ ਕੀਤੇ ਹੋਏ ਦੁਰਲੱਭ ਸ਼ਬਦ ਹਨ, ਸ਼੍ਰੀ ਅਰਜਨ ਚਿਤਵੰਤ ਕਾਜ ਨਿਜ ਪੂਰਨ ਕੇ। ਤੇ ਹੁਣ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਹਰ ਰੋਜ਼ ਮਨ ਅੰਦਰ ਚਿਤਵਦੇ ਨੇ ਆਪਣੇ ਕੰਮ ਨੂੰ ਪੂਰਾ ਕਰਨ ਦੇ ਲਈ। ਸਤਿਗੁਰੂ ਪਾਤਸ਼ਾਹ ਜੀ ਮਨ ਅੰਦਰ ਹਰ ਰੋਜ਼ ਇਸ ਗੱਲ ਦੀ ਵਿਚਾਰ ਕਰਦੇ ਹਨ। ਆਪ ਜਾਏ ਚੱਲ ਪਾਸ ਸੋ ਕੀਰਤ ਕੋ ਕਹੈ। ਤੇ ਹੁਣ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਵਿਚਾਰਿਆ ਕਿ ਸਾਡੇ ਜਾਣ ਤੋਂ ਬਿਨਾ ਇਹ ਜਿਹੜਾ ਕਾਰਜ ਹੈ ਇਹ ਨਹੀਂ ਸਵਰਨਾ, ਹੁਣ ਸਾਨੂੰ ਜਾਣਾ ਪੈਣਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਮਨ ਅੰਦਰ ਵਿਚਾਰਦੇ ਨੇ ਕਿ ਹੁਣ ਅਸੀਂ ਆਪ ਬਾਬਾ ਮੋਹਨ ਜੀ ਦੇ ਕੋਲ ਚੱਲ ਕੇ ਉਹਨਾਂ ਦੀ ਕੀਰਤੀ ਕਰਦੇ ਹਾਂ, ਉਹਨਾਂ ਦਾ ਜਸ ਗਾਇਨ ਕਰਦੇ ਹਾਂ। ਹੋ ਸੁਨੇ ਜੇ ਹੋਏ ਪ੍ਰਸੰਨ ਪੋਥੀਆਂ ਸਭ ਲਹੈ। ਤੇ ਜੇਕਰ ਜਦੋਂ ਅਸੀਂ ਉਹਨਾਂ ਦਾ ਸੁਜਸ ਕਰਾਂਗੇ, ਉਹਨਾਂ ਦੀ ਮਹਿਮਾ ਗਾਇਨ ਕਰਾਂਗੇ, ਉਹ ਮਹਿਮਾ ਨੂੰ ਸੁਣ ਕੇ ਪ੍ਰਸੰਨ ਹੋ ਜਾਣ, ਤੇ ਜੇ ਪ੍ਰਸੰਨ ਹੋ ਜਾਣ ਉਹਨਾਂ ਦੀ ਪ੍ਰਸੰਨਤਾ ਦੇ ਨਾਲ ਉਹ ਪੋਥੀਆਂ ਜਿਹੜੀਆਂ ਗੁਰਬਾਣੀ ਦੀਆਂ ਹਨ ਉਹ ਅਸੀਂ ਪ੍ਰਾਪਤ ਕਰ ਲਵਾਂਗੇ। ਬਿਨ ਹਮਰੇ ਤੇ ਗਏ ਹੱਥ ਨੇ ਆਵਈ। ਹੁਣ ਸਾਡੇ ਜਾਣ ਤੋਂ ਬਿਨਾ ਉਹ ਗੁਰਬਾਣੀ ਦੀਆਂ ਪੋਥੀਆਂ ਸਾਡੇ ਹੱਥ ਵਿੱਚ ਨਹੀਂ ਆ ਸਕਦੀਆਂ, ਕਿਉਂਕਿ ਭਾਈ ਗੁਰਦਾਸ ਜੀ ਨੇ ਵੀ ਯਤਨ ਕਰ ਲਿਆ। ਬਾਬਾ ਬੁੱਢਾ ਜੀ ਬੜੇ ਸਿਆਣੇ ਅਨੰਦ ਪਿਆਰੇ ਗੁਰੂ ਕੇ ਸਿੱਖ ਸਨ, ਉਹਨਾਂ ਨੇ ਬਹੁਤ ਯਤਨ ਕੀਤਾ, ਨਹੀਂ ਪ੍ਰਾਪਤ ਹੋਈਆਂ ਪੋਥੀਆਂ। ਇਸ ਕਰਕੇ ਮਨ ਅੰਦਰ ਵਿਚਾਰਦੇ ਨੇ ਕਿ ਸਾਡੇ ਜਾਣ ਤੋਂ ਬਿਨਾ ਉਹ ਜਿਹੜੀਆਂ ਗੁਰਬਾਣੀ ਦੀਆਂ ਪੋਥੀਆਂ ਹਨ ਉਹ ਸਾਨੂੰ ਪ੍ਰਾਪਤ ਨਹੀਂ ਹੋ ਸਕਦੀਆਂ, ਸਾਡੇ ਹੱਥ ਨਹੀਂ ਲੱਗ ਸਕਦੀਆਂ। ਅਪਰ ਨ ਕਿਸੂ ਪਾਸ ਜੇ ਤਹਾਂ ਲਿਖਾਵਈ। ਤੇ ਹੋਰ ਵੀ ਉਹ ਪੋਥੀਆਂ ਕਿਸੇ ਦੇ ਕੋਲ ਨਹੀਂ, ਕਿਉਂਕਿ ਪੋਥੀਆਂ ਕੇਵਲ ਬਾਬਾ ਮੋਹਨ ਜੀ ਦੇ ਕੋਲ ਨੇ। ਜੇਕਰ ਕਿਸੇ ਹੋਰ ਦੇ ਕੋਲ ਹੁੰਦੀਆਂ ਤੇ ਅਸੀਂ ਉਹਨਾਂ ਗੁਰਬਾਣੀ ਦੀਆਂ ਪੋਥੀਆਂ ਤੋਂ ਉਤਾਰਾ ਕਰਵਾ ਲੈਂਦੇ, ਕਿਸੇ ਕੋਲੋਂ ਹੋਰ ਗੁਰਬਾਣੀ ਦੀਆਂ ਪੋਥੀਆਂ ਲਿਖਵਾ ਲੈਂਦੇ। ਉਚਰੈ ਸੋ ਜਸ ਵਿਸਾਲ ਪ੍ਰਸੰਨ ਜੇ ਹੋਵਈ। ਤੇ ਹੁਣ ਤਾਂ ਇੱਕੋ ਤਰੀਕਾ ਹੈ, ਇੱਕੋ ਵਿਧੀ ਹੈ ਕਿ ਉੱਥੇ ਹੀ ਪਹੁੰਚ ਕਰਕੇ ਸ੍ਰੀ ਗੋਇੰਦਵਾਲ ਸਾਹਿਬ ਬਾਬਾ ਮੋਹਨ ਜੀ ਦੀ ਉਪਮਾ ਕਰੀਏ, ਉਹਨਾਂ ਦਾ ਸੁਜਸ ਉਚਾਰੀਏ, ਜਿਹਦੇ ਨਾਲ ਬਾਬਾ ਮੋਹਨ ਜੀ ਪ੍ਰਸੰਨ ਹੋ ਜਾਣ। ਹੋ ਸਾਦਰ ਦੇਹ ਬੁਲਾਏ ਕ੍ਰੋਧ ਉਰ ਖੋਵਈ। ਤੇ ਫਿਰ ਉਹ ਆਪਣਾ ਸੁਜਸ ਸੁਣ ਕੇ, ਮਹਿਮਾ ਨੂੰ ਸੁਣ ਕੇ ਆਪਣੇ ਹਿਰਦੇ ਦੇ ਅੰਦਰੋਂ ਜਿਹੜਾ ਗੁੱਸਾ ਕ੍ਰੋਧ ਹੈ ਉਹਨੂੰ ਖਤਮ ਕਰ ਦੇਣ ਤੇ ਆਦਰ ਸਤਕਾਰ ਦੇ ਕਰਕੇ ਆਪਣੇ ਕੋਲ ਅੰਦਰ ਬੁਲਾ ਲੈਣ। ਵੱਡਿਆਂ ਇਹ ਸੁਭਾਵ ਸਰਲਤਾ ਜਾਣ ਕੇ। ਕਿਉਂਕਿ ਵੱਡਿਆਂ ਦਾ ਇਹ ਸੁਭਾਅ ਹੋਇਆ ਕਰਦਾ ਹੈ, ਵੱਡਿਆਂ ਦੇ ਮਨ ਅੰਦਰ ਕਿਸੇ ਕਾਰਨ ਜੇ ਗੁੱਸਾ ਆ ਵੀ ਜਾਵੇ, ਵੈਸੇ ਤਾਂ ਵੱਡੇ ਸਦਾ ਹੀ ਹਮੇਸ਼ਾ ਦਇਆ ਦੇ ਘਰ ਵਿੱਚ ਰਹਿੰਦੇ ਨੇ, ਸਰਲ ਸੁਭਾਅ ਦੇ ਮਾਲਕ ਹੋਇਆ ਕਰਦੇ ਨੇ। ਚਲੋ ਕਿਸੇ ਕਾਰਨ ਛੋਟਿਆਂ ਤੇ ਗੁੱਸਾ ਆ ਵੀ ਜਾਵੇ ਤੇ ਜਦੋਂ ਛੋਟੇ ਉਹਨਾਂ ਦੀ ਵਡਿਆਈ ਕਰ ਦਿੰਦੇ ਨੇ, ਸੁਜਸ ਕਰਦੇ ਨੇ, ਉਹਨਾਂ ਦੀ ਮਹਿਮਾ ਕਰਦੇ ਨੇ, ਉਹਨਾਂ ਨੂੰ ਸਤਿਕਾਰ ਦਿੰਦੇ ਨੇ, ਤੇ ਫਿਰ ਉਹ ਆਪਣੇ ਹਿਰਦੇ ਦਾ ਜਿਹੜਾ ਕ੍ਰੋਧ ਹੈ ਉਹਨੂੰ ਖਤਮ ਕਰ ਦਿੰਦੇ ਹਨ। ਸੁਜਸ ਸੁਨਤ ਰਿਸਹਾਨ
ਕਹਿਓ ਲੈ ਮਾਨ ਤੇ ਕੈ। ਫਿਰ ਸੁਜਸ ਨੂੰ ਸੁਣ ਕੇ ਮਨ ਦੇ ਗੁੱਸੇ ਦਾ ਤਿਆਗ ਕਰ ਦਿੰਦੇ ਨੇ, ਤੇ ਜੋ ਬੇਨਤੀ ਫਿਰ ਕੀਤੀ ਜਾਂਦੀ ਹੈ ਉਹ ਬੇਨਤੀ ਨੂੰ ਵੱਡੇ ਜਿਹੜੇ ਨੇ ਮੰਨ ਲੈਂਦੇ ਹਨ। ਧਰੇ ਸੋ ਉਰ ਵਿਸ਼ਵਾਸ ਕਾਜ ਹੋਏ ਜਾਵਈ। ਤੇ ਇਸ ਗੱਲ ਦਾ ਵੀ ਮਨ ਅੰਦਰ ਵਿਸ਼ਵਾਸ ਰੱਖਣਾ ਪੈਂਦਾ ਹੈ ਵੱਡਿਆਂ ਪ੍ਰਤੀ। ਇਹ ਨਹੀਂ ਕਿ ਮਨ ਅੰਦਰ ਵਿਸ਼ਵਾਸ ਹੋਵੇ ਨਾ ਤੇ ਉੱਪਰੋਂ ਬੇਨਤੀਆਂ ਕਰੀ ਜਾਏ, ਉਹ ਵੀ ਗੱਲ ਨਹੀਂ ਬਣ ਸਕਦੀ। ਇਹ ਗੱਲ ਤਾਂ ਬਣਨੀ ਹੈ ਕਿ ਵੱਡਿਆਂ ਕੋਲ ਜੇ ਕੋਈ ਬੇਨਤੀ ਕਰਨੀ ਹੈ ਤੇ ਉਹਦੇ ਤੋਂ ਪਹਿਲਾਂ ਮਨ ਅੰਦਰ ਵਿਸ਼ਵਾਸ ਹੋਵੇ ਕਿ ਜਿਹੜੀ ਬੇਨਤੀ ਮੈਂ ਕਰਨੀ ਹੈ ਉਹ ਬੇਨਤੀ ਮੇਰੀ ਮੰਨ ਲਈ ਜਾਣੀ ਹੈ, ਉਹ ਪ੍ਰਵਾਨ ਹੋ ਜਾਣੀ ਹੈ। ਕਿਉਂਕਿ ਵਿਸ਼ਵਾਸ ਐਸਾ ਹੋਣਾ ਚਾਹੀਦਾ ਹੈ ਜਿਵੇਂ ਇੱਕ ਬੱਚੇ ਦਾ ਆਪਣੇ ਮਾਤਾ ਪਿਤਾ ਤੇ ਹੈ। ਮਾਤਾ ਪਿਤਾ ਬੱਚੇ ਨੂੰ ਪਿਆਰ ਕਰਦੇ ਨੇ ਤੇ ਬੱਚਾ ਜਿਵੇਂ ਬਾਹਰ ਕੋਈ ਵਸਤੂ ਲੈ ਕੇ ਆ ਜਾਵੇ ਤੇ ਉਹ ਭਾਈ ਤੋਂ ਵਸਤੂ ਖਰੀਦ ਲੈਂਦਾ ਹੈ, ਵੇਚਣ ਵਾਲੇ ਤੋਂ, ਤੇ ਖਰੀਦ ਕੇ ਉਹਨੂੰ ਕਹਿੰਦਾ ਹੈ ਕਿ ਭਾਈ ਇੱਥੇ ਹੀ ਰੁਕ, ਮੈਂ ਤੈਨੂੰ ਆਪਣੀ ਮਾਤਾ ਤੋਂ ਪੈਸੇ ਲੈ ਕੇ ਦੇਣਾ, ਮੈਂ ਅੰਦਰ ਜਾਵਾਂਗਾ, ਮਾਂ ਕੋਲੋਂ ਪੈਸੇ ਲਿਆ ਕੇ ਤੈਨੂੰ ਦੇਵਾਂਗਾ। ਹੁਣ ਇੱਥੇ ਨਾ ਤਾਂ ਬੱਚੇ ਦੇ ਮਨ ਅੰਦਰ ਐਸਾ ਕੋਈ ਖਿਆਲ ਹੈ ਕਿ ਮਾਂ ਮੈਨੂੰ ਪੈਸੇ ਨਹੀਂ ਦੇਵੇਗੀ, ਤੇ ਨਾ ਭਾਈ ਨੂੰ ਕੋਈ ਸ਼ੰਕਾ ਹੈ, ਉਹਨੂੰ ਪਤਾ ਹੈ ਕਿ ਮਾਂ ਪੁੱਤਰ ਨੂੰ ਪਿਆਰ ਕਰਦੀ ਹੈ ਤੇ ਜ਼ਰੂਰ ਪੁੱਤਰ ਦੀ ਤਲੀ ਤੇ ਪੈਸੇ ਰੱਖੇਗੀ। ਬੱਚਾ ਜਾਂਦਾ ਹੈ ਅੰਦਰ ਜਾ ਕੇ ਮਾਂ ਨੂੰ ਕਹਿੰਦਾ, ਮਾਂ ਮੈਂ ਇਹ ਵਸਤੂ ਖਾਣ ਵਾਲੀ ਖਰੀਦ ਕੇ ਲਿਆਇਆ ਤੇ ਮੈਂ ਭਾਈ ਨੂੰ ਪੈਸੇ ਦੇਣੇ ਨੇ, ਬਾਹਰ ਖੜਾ ਹੈ ਤੇ ਮੈਨੂੰ ਪੈਸੇ ਦੇ। ਹੁਣ ਮਾਂ ਨੇ ਭਾਵੇਂ ਕਿਸੇ ਜ਼ਰੂਰਤ ਲਈ ਉਹ ਪੈਸੇ ਰੱਖੇ ਹੋਣ, ਉਹ ਮਾਂ ਜਿਹੜੀ ਹੈ ਪੁੱਤਰ ਨੂੰ ਪਿਆਰ ਕਰਦੀ ਹੋਈ ਉਹ ਪੈਸੇ ਜਿਹੜੇ ਨੇ ਪੁੱਤਰ ਦੀ ਤਲੀ ਤੇ ਰੱਖ ਦਿੰਦੀ ਹੈ, ਲੈ ਬੇਟਾ ਤੂੰ ਜਾ ਕੇ ਭਾਈ ਨੂੰ ਦੇ ਆ। ਐਸਾ ਵਿਸ਼ਵਾਸ ਹੋਵੇ ਮਨ ਅੰਦਰ, ਫਿਰ ਗੱਲ ਬਣਦੀ ਹੈ। ਤੇ ਮਨ ਅੰਦਰ ਬੇਨਤੀ ਕਰਨ ਤੋਂ ਪਹਿਲਾਂ ਜਿਹੜਾ ਵਿਸ਼ਵਾਸ ਹੈ ਉਹ ਹੋਣਾ ਜ਼ਰੂਰੀ ਹੈ, ਜਿਹਦੇ ਨਾਲ ਫਿਰ ਜਿਹੜਾ ਕਾਜ ਹੈ ਉਹ ਸਵਰ ਜਾਂਦਾ ਹੈ। ਹੋ ਜਾਂ ਤੇ ਚਲਬੋ ਬਨੇ ਨਾ ਸੰਸੈ ਆਵਈ। ਤੇ ਹੁਣ ਸਾਡਾ ਇਥੋਂ ਚੱਲਣਾ ਬਣਦਾ ਹੈ। ਮਨ ਅੰਦਰ ਕਿਸੇ ਪ੍ਰਕਾਰ ਦਾ ਸੰਸਾ ਨਹੀਂ ਆਉਣਾ ਚਾਹੀਦਾ, ਸਾਰੇ ਸੰਸਿਆਂ ਦਾ ਤਿਆਗ ਕਰਕੇ ਹੁਣ ਇਥੋਂ ਸਾਡਾ ਜਿਹੜਾ ਚੱਲਣਾ ਬਣਦਾ ਹੈ। ਸ਼੍ਰੀ ਗੁਰ ਅਰਜਨ ਨਾਥ ਵਿਸਾਲ ਵਿਚਾਰ ਕੈ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਹਿਰਦੇ ਦੇ ਅੰਦਰ ਇਹ ਸਾਰੀ ਗੱਲ ਨੂੰ ਵਿਚਾਰ ਕੇ ਕਰਬੋ ਬਨੇ ਜ਼ਰੂਰ ਆਲਸੋਂ ਟਾਲ ਕੈ। ਕਹਿੰਦੇ ਹੁਣ ਜਿਹੜਾ ਜ਼ਰੂਰੀ ਕੰਮ ਕਰਨ ਵਾਲਾ ਹੈ ਨਾ, ਆਦਿ ਸ਼੍ਰੀ ਗ੍ਰੰਥ ਜੀ ਦੀ ਜਿਹੜੀ ਬੀੜੀ ਤਿਆਰ ਕਰਨੀ ਹੈ, ਜਿਹੜਾ ਬਹੁਤ ਜ਼ਰੂਰੀ ਕਾਰਜ ਹੈ, ਇਹ ਕਾਰਜ ਨੂੰ ਕਰਨ ਵਾਸਤੇ ਹੁਣ ਆਲਸ ਜਿਹੜਾ ਉਹ ਛੱਡ ਦੇਣਾ ਚਾਹੀਦਾ ਹੈ, ਆਲਸ ਤਿਆਗ ਦੇਣਾ ਚਾਹੀਦਾ ਹੈ। ਆਲਸ ਨੂੰ ਛੱਡ ਕੇ ਇਸ ਕਾਰਜ ਨੂੰ ਸਵਾਰਨਾ ਚਾਹੀਦਾ ਹੈ। ਸਭ ਜਗ ਪਰ ਉਪਕਾਰ ਬੀੜ ਸ਼੍ਰੀ ਗ੍ਰੰਥ ਕੀ। ਤੇ ਜਦੋਂ ਆਦਿ ਸ਼੍ਰੀ ਗ੍ਰੰਥ ਜੀ ਦੀ ਬੀੜ ਤਿਆਰ ਹੋ ਜਾਵੇਗੀ, ਇਹ ਸਮੁੱਚੇ ਸੰਸਾਰ ਤੇ ਸਮੁੱਚੇ ਜਗਤ ਤੇ ਇੱਕ ਵੱਡਾ ਪਰਉਪਕਾਰ ਹੋਵੇਗਾ। ਅੱਜ ਵੇਖੀਏ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਿੰਨਾ ਵੱਡਾ ਪਰਉਪਕਾਰ ਕਰਕੇ ਗਏ ਨੇ। ਅੱਜ ਗੁਰਬਾਣੀ ਨੂੰ ਕੋਈ ਵੀ ਮਨੁੱਖ ਪੜ੍ਹ ਕੇ ਜੀਵਨ ਦਾ ਲਾਹਾ ਪ੍ਰਾਪਤ ਕਰ ਸਕਦਾ ਹੈ, ਜੀਵਨ ਦੀ ਸੇਧ ਲੈ ਸਕਦਾ ਹੈ ਗੁਰਬਾਣੀ ਦੇ ਵਿੱਚੋਂ। ਤੇ ਜਿਹੜੇ ਇਹ ਦੋ ਵੱਡੇ ਕਾਰਜ ਸਨ, ਇਹਨਾਂ ਦੇ ਕਾਰਨ ਕਰਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹਾਦਤ ਹੋਈ ਸੀ। ਇੱਕ ਤਾਂ ਕੇਂਦਰੀ ਸਥਾਨ ਸ੍ਰੀ ਹਰਿਮੰਦਰ ਸਾਹਿਬ ਤਿਆਰ ਹੋ ਗਿਆ, ਤੇ ਦੂਸਰਾ ਆਦਿ ਸ਼੍ਰੀ ਗ੍ਰੰਥ ਜੀ ਦੀ ਬੀੜ ਤਿਆਰ ਹੋ ਗਈ, ਸਿੱਖਾਂ ਦਾ ਆਪਣਾ ਧਰਮ ਗ੍ਰੰਥ ਹੋ ਗਿਆ। ਤੇ ਜਿਹੜੇ ਕੱਟੜਵਾਦੀ ਸਨ, ਆਪਣੇ ਆਪ ਨੂੰ ਸ਼ਰਈ ਅਖਵਾਉਣ ਵਾਲੇ, ਅਹਿਮਦ ਸ਼ਾਹ ਸਰਹੰਦੀ, ਮੁਰਤਜ਼ਾ ਖਾਨ ਵਰਗੇ, ਹੁਣ ਇਹਨਾਂ ਨੂੰ ਇਹ ਸਾਰਾ ਕੁਝ ਚੰਗਾ ਨਹੀਂ ਲੱਗਿਆ ਕਿ ਸਿੱਖਾਂ ਕੋਲ ਆਪਣਾ ਧਰਮ ਗ੍ਰੰਥ ਹੋ ਗਿਆ, ਸਿੱਖਾਂ ਦਾ ਆਪਣਾ ਕੇਂਦਰੀ ਸਥਾਨ ਬਣ ਗਿਆ। ਇਹ ਸਾਰੀਆਂ ਗੱਲਾਂ ਨੂੰ ਲੈ ਕੇ ਦੋ ਅਹਿਮ ਵੱਡੇ ਕਾਰਨ ਇਹ ਸਨ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹਾਦਤ ਦੇ। ਉਹਨਾਂ ਨੇ ਆਪਣਾ ਆਪ ਕੁਰਬਾਨ ਕਰ ਦਿੱਤਾ, ਪਰ ਸਮੁੱਚੇ ਸੰਸਾਰ ਤੇ ਸਮੁੱਚੇ ਜਗਤ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਵੱਡਾ ਇਹ ਮਹਾਨ ਪਰਉਪਕਾਰ ਦਾ ਕਾਰਜ ਕੀਤਾ। ਹੋ ਬਿਦ ਤੇ ਕਲ ਮੈਂ ਅਧਿਕ
ਰੀਤ ਸ਼ੁਭ ਪੰਥ ਕੀ। ਤੇ ਸਾਰੇ ਸੰਸਾਰ ਦੇ ਵਿੱਚ ਇਹ ਗ੍ਰੰਥ ਜਿਹੜਾ ਪ੍ਰਗਟ ਹੋਵੇਗਾ, ਪ੍ਰਸਿੱਧ ਹੋਵੇਗਾ, ਤੇ ਜਿਹੜੀ ਹੈ ਪੰਥ ਦੀ ਰੀਤ ਅੱਗੇ ਵਧੇਗੀ। ਜੀਅਤ ਜੀਵ ਕਾ ਬਨੇ ਸੋ ਲੱਖੋਂ ਨਰਨ ਕੀ। ਤੇ ਲੱਖਾਂ ਹੀ ਜੀਵਾਂ ਦੀ ਉਪਜੀਵਕਾ ਵੀ ਇਥੋਂ ਚੱਲੇਗੀ। ਅੱਜ ਵੇਖਦੇ ਆ ਨਾ ਆਪਾਂ, ਗੁਰੂ ਘਰ ਬਣੇ ਨੇ, ਗ੍ਰੰਥੀ ਸਿੰਘ ਡਿਊਟੀ ਕਰਦੇ ਨੇ, ਕੋਈ ਗੁਰੂ ਦਾ ਸੇਵਾਦਾਰ ਬਣ ਕੇ ਸੇਵਾ ਕਰ ਰਿਹਾ ਹੈ, ਪਾਠੀ ਸਿੰਘ ਅਖੰਡ ਸਾਹਿਬ ਦੀਆਂ ਡਿਊਟੀਆਂ ਕਰ ਰਹੇ ਨੇ, ਸਹਿਜ ਪਾਠ ਚੱਲ ਰਹੇ ਨੇ, ਰਾਗੀ ਸਿੰਘ ਗੁਰਬਾਣੀ ਦਾ ਕੀਰਤਨ ਕਰ ਰਹੇ ਨੇ। ਕਿੰਨੇ ਹੀ ਲੱਖਾਂ ਹੀ ਜੀਵਾਂ ਦੀ ਰੋਜੀ ਚੱਲ ਰਹੀ ਹੈ ਗੁਰਬਾਣੀ ਤੋਂ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਵੱਡਾ ਪਰਉਪਕਾਰ ਦਾ ਕਾਰਜ ਹੈ। ਆਦਿ ਸ਼੍ਰੀ ਗ੍ਰੰਥ ਜੀ ਦੀ ਪਾਵਨ ਬੀੜ ਬਣ ਕੇ ਤਿਆਰ ਹੋਵੇਗੀ। ਇਹਦੇ ਨਾਲ ਲੱਖਾਂ ਹੀ ਪ੍ਰਾਣੀਆਂ ਦੀ ਉਪਜੀਵਕਾ ਵੀ ਚੱਲੇਗੀ। ਸੁਨ ਕਰ ਪਠੇ ਕਮਾਏ ਪ੍ਰੀਤ ਪ੍ਰਭ ਚਰਨ ਕੀ। ਤੇ ਜਿਹੜੇ ਪਾਵਨ ਗੁਰਬਾਣੀ ਨੂੰ ਸੁਣਨਗੇ, ਪਾਵਨ ਗੁਰਬਾਣੀ ਨੂੰ ਪੜਨਗੇ, ਤੇ ਪੜ ਕੇ ਇਹਦੀ ਫਿਰ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜਨ ਵਾਸਤੇ ਕਮਾਈ ਕਰਨਗੇ। ਇੱਕ ਤਾਂ ਲੱਖਾਂ ਜੀਵਾਂ ਦੀ ਉਪਜੀਵਕਾ ਵੀ ਚੱਲੇਗੀ, ਤੇ ਇੱਕ ਇਹ ਗੁਰਬਾਣੀ ਤੋਂ ਲਾਹਾ ਲੈਣਗੇ ਜਿਹੜੇ ਪੜਨਗੇ, ਸੁਣਨਗੇ, ਉਹ ਆਪਣੇ ਜੀਵਨ ਦੇ ਅੰਦਰ ਕਮਾਈ ਕਰਨਗੇ। ਅੰਤ ਮੁਕਤ ਕੋ ਲਏ ਨਾ ਸੰਸੈ ਹੋਏ ਹੈ। ਤੇ ਅੰਤ ਨੂੰ ਮੁਕਤੀ ਪ੍ਰਾਪਤ ਕਰਨਗੇ, ਅੰਤ ਨੂੰ ਮੁਕਤ ਹੋ ਜਾਣਗੇ, ਤੇ ਉਹਨਾਂ ਦੇ ਮਨ ਅੰਦਰ ਕਿਸੇ ਪ੍ਰਕਾਰ ਦਾ ਕੋਈ ਸੰਸਾ ਨਹੀਂ ਰਹੇਗਾ। ਗੁਰਬਾਣੀ ਸੰਸਿਆਂ ਤੋਂ ਮੁਕਤ ਕਰਦੀ ਹੈ, ਕਿਉਂਕਿ ਗੁਰਬਾਣੀ ਧੁਰ ਕੀ ਬਾਣੀ ਆਈ ਤਿਨ ਸਗਲੇ ਚਿੰਤ ਮਿਟਾਈ। ਅਚਿੰਤ ਦੇਸ਼ ਤੋਂ ਆਈ ਹੋਈ ਇਹ ਬਾਣੀ ਹੈ, ਤੇ ਜਿਹੜਾ ਇਸ ਅਚਿੰਤ ਦੇਸ਼ ਤੋਂ ਆਈ ਹੋਈ ਬਾਣੀ ਨੂੰ ਪੜ੍ਹਦਾ, ਸੁਣਦਾ, ਇਹਦੀ ਕਮਾਈ ਕਰਦਾ, ਉਹਨੂੰ ਉਸ ਅਚਿੰਤ ਦੇਸ਼ ਦਾ ਵਾਸੀ ਬਣਾ ਦਿੰਦੀ ਹੈ। ਉਹਦੇ ਜੀਵਨ ਅੰਦਰ ਕੋਈ ਚਿੰਤਾ ਝੋਰੇ ਨਹੀਂ ਰਹਿਣ ਦਿੰਦੀ। ਜਿਹੜਾ ਵੀ ਬਾਣੀ ਪੜ੍ਹੇਗਾ ਉਹਦੇ ਜੀਵਨ ਦੇ ਸਾਰੇ ਸੰਸੇ ਖਤਮ ਹੋਣਗੇ, ਅੰਤ ਨੂੰ ਮੁਕਤੀ ਨੂੰ ਪਾਵੇਗਾ। ਹੋ ਰਾਵ ਰੰਕ ਊਚ ਨੀਚ ਜਪਾਵੇਂ ਕੋਏ ਹੈ। ਤੇ ਫਿਰ ਇਹ ਪਾਵਨ ਗ੍ਰੰਥ ਜਿਹੜਾ ਤਿਆਰ ਹੋਵੇਗਾ, ਇਸ ਗੁਰਬਾਣੀ ਨੂੰ ਚਾਹੇ ਕੋਈ ਅਮੀਰ ਹੈ, ਚਾਹੇ ਕੋਈ ਗਰੀਬ ਹੈ, ਚਾਹੇ ਕੋਈ ਉੱਚੀ ਜਾਤ ਦਾ ਹੈ, ਚਾਹੇ ਕੋਈ ਨੀਵੀਂ ਜਾਤ ਦਾ ਹੈ, ਕੋਈ ਕਿਸੇ ਵੀ ਦੇਸ਼ ਦਾ ਵਾਸੀ ਹੈ, ਕਿਸੇ ਵੀ ਮਜ਼ਹਬ ਦਾ ਹੈ, ਉਹ ਸਾਰੇ ਹੀ ਇਸ ਗੁਰਬਾਣੀ ਨੂੰ ਪੜ੍ਹ ਕੇ ਲਾਹਾ ਪ੍ਰਾਪਤ ਕਰ ਸਕਣਗੇ। ਇਸ ਗੁਰਬਾਣੀ ਨੂੰ ਪੜ੍ਹ ਕੇ ਉਹ ਵਾਹਿਗੁਰੂ ਪਰਮੇਸ਼ਰ ਦਾ ਜਾਪ ਜਪ ਸਕਣਗੇ। ਕਿਉਂਕਿ ਦੁਨੀਆ ਅੰਦਰ ਬਹੁਤ ਧਰਮ ਗ੍ਰੰਥ ਸਨ, ਪਰ ਉਹਨਾਂ ਧਰਮ ਗ੍ਰੰਥਾਂ ਨੂੰ ਪੜ੍ਹਨ ਤੇ ਪਾਬੰਦੀਆਂ ਸਨ। ਉਸ ਵਕਤ ਦਾ ਸਮਾਂ ਸੀ ਕਿ ਜੇਕਰ ਉਹਨਾਂ ਦੇ ਧਰਮ ਗ੍ਰੰਥ ਤੋਂ ਕੋਈ ਸੁਣ ਲੈਂਦਾ ਸੀ ਨਾ ਕੰਨਾਂ ਨਾਲ, ਛੋਟੀ ਜਾਤ ਵਾਲਾ, ਤੇ ਸਿੱਕੇ ਢਾਲ ਕੇ ਉਹਦੇ ਕੰਨਾਂ ਵਿੱਚ ਪਾ ਦਿੱਤੇ ਜਾਂਦੇ ਸਨ ਕਿ ਦੁਬਾਰਾ ਇਹ ਆਪਣੇ ਕੰਨਾਂ ਨਾਲ ਨਾ ਸੁਣ ਸਕੇ। ਇਹ ਹਾਲਾਤ ਸਨ ਉਸ ਵਕਤ ਦੇ। ਵੱਡਾ ਪਰਉਪਕਾਰ ਕੀਤਾ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਭਾਵੇਂ ਕੋਈ ਅਮੀਰ ਹੈ, ਭਾਵੇਂ ਗਰੀਬ ਹੈ, ਭਾਵੇਂ ਕੋਈ ਨੀਵੀਂ ਜਾਤ ਦਾ ਹੈ, ਉੱਚੀ ਜਾਤ ਦਾ ਹੈ, ਛੋਟਾ ਵੱਡਾ, ਹਰ ਮਨੁੱਖ ਸੰਸਾਰ ਦਾ ਇਸ ਗੁਰਬਾਣੀ ਨੂੰ ਪੜ੍ਹ ਕੇ ਉਸ ਪਰਮੇਸ਼ਰ ਦੇ ਜਾਪ ਨਾਲ ਜੁੜ ਸਕਦਾ ਹੈ, ਜਾਪ ਨੂੰ ਜਪ ਸਕਦਾ ਹੈ। ਇਮ ਵਿਚਾਰ ਕਰ ਗੁਰੂ ਸੋ ਬਾਕ ਬਖਾਨਿਓ। ਇਸ ਤਰ੍ਹਾਂ ਦੇ ਨਾਲ ਹਿਰਦੇ ਅੰਦਰ ਵਿਚਾਰ ਕਰਕੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਪਾਵਨ ਬਚਨ ਕਹੇ। ਤਿਆਰੀ ਹਮਰੀ ਕਰੋ ਪ੍ਰਾਤ ਪ੍ਰਸਥਾਨਿਓ। ਗੁਰਸਿੱਖਾਂ ਨੂੰ ਕਿਹਾ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਹਿਣ ਲੱਗੇ ਭਾਈ ਗੁਰਸਿੱਖੋ, ਸ਼੍ਰੀ ਗੋਇੰਦਵਾਲ ਸਾਹਿਬ ਜਾਣ ਦੀ ਸਾਡੀ ਤਿਆਰੀ ਕੀਤੀ ਜਾਵੇ। ਕੱਲ ਸਵੇਰ ਦਾ ਸਮਾਂ ਹੋਵੇਗਾ, ਸ਼੍ਰੀ ਗੋਇੰਦਵਾਲ ਸਾਹਿਬ ਨੂੰ ਅਸੀਂ ਚਾਲੇ ਪਾਉਣੇ ਹਨ, ਉਹ ਚੱਲਣ ਦੀਆਂ ਤਿਆਰੀਆਂ ਕੀਤੀਆਂ ਜਾਣ। ਜਾਨ ਲਈ ਸਭ ਹੂਨੇ ਸੋ ਨਿਸਾ ਬਿਤਾਏ ਕੈ। ਤੇ ਸਤਿਗੁਰੂ ਪਾਤਸ਼ਾਹ ਜੀ ਦੇ ਇਹ ਬਚਨ ਸਾਰਿਆਂ ਨੇ ਸੁਨੇ ਨੇ ਤੇ ਜਾਣ ਲਿਆ ਸਾਰਿਆਂ ਨੇ ਕਿ ਹੁਣ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪ ਚੱਲ ਕੇ ਜਾਣਗੇ ਗੁਰਬਾਣੀ ਦੀਆਂ ਪੋਥੀਆਂ ਲੈਣ ਵਾਸਤੇ। ਤੇ ਸਤਿਗੁਰੂ ਪਾਤਸ਼ਾਹ ਜੀ ਦੇ ਬਚਨ ਸੁਣ ਕੇ ਸਾਰਿਆਂ ਨੇ ਬੜੇ ਸੁਖ ਦੇ ਨਾਲ ਜਿਹੜੀ ਰਾਤ ਹੈ ਉਹ ਬਤੀਤ ਕੀਤੀ ਹੈ। ਹੋ ਪ੍ਰਾਤ ਕੀਨ ਇਸ਼ਨਾਨ ਸੁਦਾ ਸਰ ਜਾਏ ਕੈ। ਅੰਮ੍ਰਿਤ ਵੇਲਾ ਹੋਇਆ
ਅੰਮ੍ਰਿਤ ਵੇਲਾ ਜਾਣਦਿਆਂ ਹੋਇਆਂ ਸਾਰੇ ਗੁਰੂ ਕੇ ਸਿੱਖ ਉੱਠੇ ਹਨ। ਉੱਠ ਕੇ ਆਪਣਾ ਨਿਤ ਦਾ ਜਿਹੜਾ ਨੇਮ ਸੀ ਉਸ ਨੂੰ ਸੰਭਾਲਿਆ। ਉੱਠ ਕੇ ਪਾਵਨ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ। ਗੁਰਬਾਣੀ ਦੇ ਨਾਲ ਜੁੜੇ ਨੇ, ਸਿਮਰਨ ਦੇ ਨਾਲ ਜੁੜੇ ਨੇ। ਤੇ ਹੁਣ ਸਵੇਰ ਦਾ ਸਮਾਂ ਹੋਣ ਤੇ ਸਤਿਗੁਰੂ ਪਾਤਸ਼ਾਹ ਜੀ ਵੱਡੇ ਗੁਰੂ ਸਾਹਿਬਾਨ ਦੇ ਚਰਨਾਂ 'ਚ ਅਰਦਾਸ ਕਰਕੇ ਗੋਇੰਦਵਾਲ ਸਾਹਿਬ ਲਈ ਚਾਲੇ ਪਾਉਂਦੇ ਨੇ। ਇਹ ਆਪਾਂ ਕੱਲ ਦੇ ਪ੍ਰਕਰਨ ਅੰਦਰ ਸਰਵਣ ਕਰਾਂਗੇ, ਕਿਵੇਂ ਗੋਇੰਦਵਾਲ ਸਾਹਿਬ ਪਹੁੰਚ ਕਰਕੇ ਉਪਮਾ ਕਰਦੇ ਆ, ਸੁਜਸ ਕਰਦੇ ਆ, ਗੁਰਬਾਣੀ ਦੀਆਂ ਪੁੱਥੀਆਂ ਪ੍ਰਾਪਤ ਕਰਦੇ ਨੇ। ਇਹ ਕੱਲ ਦੇ ਪ੍ਰਕਰਨ ਅੰਦਰ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਇੱਥੇ ਹੀ ਪ੍ਰਕਰਨ ਦੀ ਸਮਾਪਤੀ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਇਤਿਹਾਸ ਨੂੰ ਵਾਚਦਿਆਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ। ਗੁਰੂ ਪਾਤਸ਼ਾਹ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਭੁੱਲਾਂ ਨਾ ਚਿਤਾਰਨੀਆਂ। ਅਸੀਸ ਬਖਸ਼ਣੀ ਸਤਿਗੁਰੂ ਪਾਤਸ਼ਾਹ ਜੀ ਅੱਗੇ ਲਈ ਸੁਮਤ ਪ੍ਰਦਾਨ ਕਰਨ।